ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਅੱਜ ਆਖਰਕਾਰ ਝੁੰਦਾ ਕਮੇਟੀ ਦੇ ਸੁਝਾਅ ਮੰਨ ਲਏ ਗਏ ਨੇ ਔਰ ਇਸ ਤੋਂ ਬਾਅਦ ਇਹ ਵੀ ਕਿਹਾ ਦਾਅਵਾ ਕੀਤਾ ਗਿਆ ਕਿ ਇਹ ਅਗਲੀ ਮੀਟਿੰਗਾਂ ਜਿਹੜੀਆਂ ਹੋਰ ਵੀ ਹੋਣਗੀਆਂ ਔਰ ਝੁੰਦਾ ਕਮੇਟੀ ਵੱਲੋਂ ਜੋ ਸੁਝਾਅ ਦਿੱਤੇ ਗਏ ਨੇ 42 ਸੁਝਾਅ ਦੀ ਗੱਲ ਕੀਤੀ ਗਈ ਹੈ ਉਹ ਇਨ ਬਿਨ ਮੰਨੇ ਜਾਣਗੇ। ਪਾਰਟੀ ਨੂੰ ਨਵੇਂ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਵਰਕਰਾਂ ਦੇ ਵਿੱਚ ਲਿਜਾਇਆ ਜਾਵੇਗਾ ਔਰ ਜਲਦੀ ਜਿਹੜੇ ਕਿ ਵੱਡੇ ਫੈਸਲੇ ਉਹ ਹੋਣਗੇ। ਆਖਰਕਾਰ ਉਹ ਕਮੇਟੀ ਦੇ ਵਿੱਚ जो 42 ਸੁਝਾਅ ਸੀ ਉਹ ਕਿਹੜੇ ਸੁਝਾਅ ਸੀ, ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਗਏ ਤਾਂ ਖੁਦ ਉਸ ਕਮੇਟੀ ਨੂੰ ਹੈੱਡ ਕਰਨ ਵਾਲੇ ਇਕਬਾਲ ਸਿੰਘ ਝੁੰਦਾ ਸਾਡੇ ਨਾਲ ਨੇ। ਝੁੰਦਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਝੁੰਦਾ ਸਾਹਿਬ ਕਮੇਟੀ ਬਣੀ ਸੀ 13 ਮੈਂਬਰੀ ਤੁਹਾਡੀ, ਜਿਹੜੀ 2022 ਦੇ ਇਲੈਕਸ਼ਨ ਦੇ ਵਿੱਚ ਨਮੋਸ਼ੀ ਭਰੀ ਹਾਰ ਹੋਈ ਸੀ। ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਗਏ, ਕਿਹੜੇ ਕਿਹੜੇ ਸੁਝਾਅ ਜਿਹੜੇ ਹੈਗੇ ਉਹ ਪਾਰਟੀ ਦੇ ਸਾਹਮਣੇ ਰੱਖੇ ਗਏ ਨੇ, ਇੰਪਲੀਮੈਂਟ ਕਿਸ ਤਰੀਕੇ ਨਾਲ ਹੋਣਗੇ? ਦੇਖੋ ਜੀ, 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ जो नतीजे आए श्रोमणी अकाली दल ਲਈ ਚੰਗੇ नहीं सी। पार्टी प्रधान साहब और कोर कमेटी ने कमेटी बनाई साड़ी अगवाई कि वो की कारण ने, लोग की महसूस करते हैं, वर्कर की महसूस करते हैं कि सानू इस हार का सामना करना पिया। उस दे संबंध में असी बड़ी मेहनत नाल तकरीबन 1.5 महीना ला के पंजाब के तकरीबन 100 हल्कों असी जाके वर्करां तो लोगों तो राय लैके वो रिपोर्ट है जी तैयार की है और ये रिपोर्ट है जी साड़ी 13 मैंबरी कमेटी की रिपोर्ट नहीं है। असी समझते हैं ये श्रोमणी अकाली दल के वर्करां की और पंजाब की जनता की रिपोर्ट है। मैं बधाई दिना साड़ी कोर कमेटी में अज बहुत लंबा समा मीटिंग चली है। पार्टी प्रधान साहब का भी धन्यवाद करदा, सारी कोर कमेटी का धन्यवाद करदा कि उन्होंने इस वर्करां के सुझावां नूं जिहड़े असीं कलमबंद कीते ने रिपोर्ट च उन्होंने बड़े दरिया दिली नाल एक्सैप्ट किया और भरोसा दवाया कि सारे सुझाव ने जिहड़े इन्हां नूं पार्टी मन्नूगी और लागू करांगे। जनतक असीं इस रिपोर्ट नूं हले होर इहनूं होर विस्तारपूर्वक जाना, 1-2 मीटिंगां करनियां ने। उस तो बाद ये रिपोर्ट है जिहड़ी संगत तक भी पहुँच जूगी और इहदे विचों कुछ भी लुको के नहीं रखा जाऊगा। सो अज असीं बहुत वड्डी विचार चर्चा तो बाद इस नूं इंप्लीमेंट करन लई किस तरीके नाल इंप्लीमेंट करना है, अगे किस तरह होर विचार वटांदरा करना, ਉਹਦੇ ਅਧਿਕਾਰ ਨੇ ਜਿਹੜੇ ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸਾਹਿਬ ਨੂੰ ਦਿੱਤੇ ਨੇ। ਸੋ ਮੈਂ ਤਾਂ ਅਸੀਂ ਕੋਰ ਕਮੇਟੀ ਦੇ ਮੈਂਬਰ ਤਾਂ ਨਹੀਂ, ਪਰ ਅਸੀਂ ਜੋ ਸਾਡੀ ਡਿਊਟੀ ਲੱਗੀ ਸੀ, ਮੈਂ ਬਤੌਰ ਕਮੇਟੀ ਦਾ ਚੇਅਰਮੈਨ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਤੁਸੀਂ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਹੈ ਔਰ ਸਹੀ ਮਾਇਨਿਆਂ ਵਿੱਚ ਪਾਰਟੀ 'ਚ ਲੋਕਤੰਤਰਕ ਸਿਸਟਮ ਕਿਵੇਂ ਹੋਣਾ ਚਾਹੀਦਾ, ਪਾਰਟੀ ਚੱਲਣੀ ਕਿਵੇਂ ਚਾਹੀਦੀ ਹੈ, ਉਹਦੀ ਇੱਕ ਮਿਸਾਲ ਵੀ ਪੈਦਾ ਕੀਤੀ ਹੈ ਵੱਡੇ ਇਸ ਫੈਸਲੇ ਦੇ ਨਾਲ। ਝੁੰਦਾ ਸਾਹਿਬ ਜਿਹੜੀਆਂ ਇਲੈਕਸ਼ਨ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਇਹ ਪਹਿਲੀ ਦਫਾ ਨਹੀਂ, 2017 ਦੇ ਵਿੱਚ ਵੀ ਹਾਰ ਹੋਈ, ਇਸ ਤੋਂ ਬਾਅਦ 2022 ਦੇ ਵਿੱਚ ਵੀ ਹਾਰ ਹੋਈ। ਤਾਂ ਇਹ ਕਮੇਟੀ ਰਿਪੋਰਟ ਨੂੰ ਲੈ ਕੇ ਆਖਰ ਚਰਚਾਵਾਂ ਸੀ ਕਿ ਜਦੋਂ ਇਹ ਰਿਪੋਰਟ ਲਾਗੂ ਹੋਊਗੀ, ਇਹ ਰਿਪੋਰਟ ਨੂੰ ਮੰਨਿਆ ਜਾਵੇਗਾ, ਜਦੋਂ ਇਹ ਰਿਪੋਰਟ ਖੁੱਲ੍ਹੇਗੀ ਤਾਂ ਬਹੁਤ ਵੱਡੇ ਬਦਲਾਅ ਲੈ ਕੇ ਇਹ ਰਿਪੋਰਟ ਆਵੇਗੀ। ਕਿਵੇਂ ਵੇਖਦੇ ਹੋ ਉਹ ਬਦਲਾਅ ਜਿਹੜੀ ਗੱਲ ਕੀਤੀ ਜਾ ਰਹੀ ਹੈ, ਕਿੰਨੇ ਵੱਡੇ ਬਦਲਾਅ ਇਸ ਜਿਹੜੀ ਹੈਗੀ ਆ ਰਿਪੋਰਟ ਸਾਹਮਣੇ ਤੋਂ ਬਾਅਦ ਦੇਖ ਰਹੇ ਹੋ? ਦੇਖੋ, ਜੋ ਲੋਕਤੰਤਰ ਹੁੰਦਾ ਉਹਦੇ ਵਿੱਚ ਸੰਗਤ ਦਾ ਫੈਸਲਾ, ਲੋਕਾਂ ਦਾ ਫੈਸਲਾ ਸੁਪਰੀਮ ਹੁੰਦਾ ਜੀ। ਲੋਕ ਰੱਬ ਵਰਗੇ ਹੁੰਦੇ ਨੇ। ਜੇ ਲੋਕਾਂ ਨੇ ਸਾਨੂੰ ਰਿਜੈਕਟ ਕੀਤਾ ਤਾਂ ਅਸੀਂ ਉਹਦੇ ਅੱਗੇ ਸੀਸ ਝੁਕਾਉਂਦੇ ਹਾਂ। ਤਾਂ ਹੀ ਪਾਰਟੀ ਨੇ ਕਮੇਟੀ ਬਣਾ ਕੇ ਸਹੀ ਤੱਥ ਲੱਭਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਸਾਡੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਗਲਤੀਆਂ ਵੀ ਸਾਹਮਣੇ ਆਈਆਂ ਜੀ। ਸਾਡੇ ਕਈ ਧਾਰਮਿਕ ਮੁੱਦਿਆਂ ਤੇ ਸਾਤੋਂ ਕਮੀਆਂ ਰਹੀਆਂ, ਉਹ ਵੀ ਸਾਹਮਣੇ ਆਈਆਂ। ਬਹੁਤ ਥਾਵਾਂ ਤੇ ਸਾਨੂੰ ਨਜਾਇਜ਼ ਰੂਪ ਵਿੱਚ ਬਦਨਾਮ ਕਰ ਦਿੱਤਾ ਗਿਆ ਵੱਡੇ ਸੋਸ਼ਲ ਮੀਡੀਆ ਦੇ ਵੱਡੇ ਸਿਸਟਮ ਨਾਲ, ਉਹ ਚੀਜ਼ਾਂ ਵੀ ਸਾਹਮਣੇ ਆਈਆਂ। ਸੋ ਸਾਰੇ ਤੱਥ ਨੇ ਜਿਹੜੇ ਉਹ ਅਸੀਂ ਇਕੱਠੇ ਕੀਤੇ ਨੇ ਔਰ ਉਹਦੇ ਨਾਲ ਪੂਰਾ ਰੂਪ ਵਿੱਚ ਪਾਰਟੀ ਨੇ ਇਸ ਗੱਲ ਨੂੰ ਮੰਨਿਆ ਕਿ ਜੋ ਸਾਤੋਂ ਕਮੀਆਂ ਰਹੀਆਂ, ਜੋ ਚੀਜ਼ਾਂ ਅਸੀਂ ਚੰਗੀਆਂ ਕੀਤੀਆਂ ਉਹਨਾਂ ਨੂੰ ਪ੍ਰਚਾਰ ਨਹੀਂ ਸਕੇ, ਉਹ ਵੀ ਸਾਡੀ ਕਮੀ ਸੀ। ਜਿਸ ਢੰਗ ਨਾਲ ਸਾਡੇ ਕੀਤੇ ਹੋਏ ਚੰਗੇ ਕੰਮਾਂ ਨੂੰ ਕੂੜ ਪ੍ਰਚਾਰ ਨਾਲ ਲੁਕਾਉਣ ਦਾ ਯਤਨ ਕੀਤਾ ਗਿਆ, ਉਹ ਚੀਜ਼ਾਂ ਵੀ ਸਾਰੀਆਂ ਜ਼ਿਕਰ ਆਈਆਂ। ਕਿਸ ਤਰ੍ਹਾਂ ਸਾਡੀ ਲੀਡਰਸ਼ਿਪ ਨੂੰ ਡੈਮੇਜ ਕਰਨ ਦਾ ਯਤਨ ਕੀਤਾ ਗਿਆ, ਉਹ ਚੀਜ਼ਾਂ ਵੀ ਸਾਹਮਣੇ ਆਈਆਂ। ਔਰ ਕਿਸ ਤਰ੍ਹਾਂ ਅੱਜ ਬੀਜੇਪੀ ਅਕਾਲੀ ਦਲ ਬਣਾ ਰਹੀ ਹੈ, ਕਿਵੇਂ ਅਕਾਲੀ ਦਲ ਬਣਾਏ ਜਾ ਰਹੇ ਨੇ ਬੀਜੇਪੀ ਦੇ ਵਿੰਗ ਤਿਆਰ ਕਰਕੇ, ਤਾਂ ਕਿ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ। ਜਿਵੇਂ ਦਿੱਲੀ ਅਕਾਲੀ ਦਲ ਬਣਿਆ ਹਫ਼ਤਾ ਪਹਿਲਾਂ, ਉਹ ਸਾਰੇ ਉਹ ਆਗੂ ਜਿਹੜੇ ਅਕਾਲੀ ਦਲ 'ਚ ਸੀ ਉਹਨਾਂ ਨੂੰ ਦਬਾਅ ਨਾਲ ਬੀਜੇਪੀ ਦੇ ਰਾਹੀਂ ਨਵਾਂ ਅਕਾਲੀ ਦਲ ਖੜਾ ਕੀਤਾ ਗਿਆ। ਔਰ ਇੱਥੇ ਵੀ ਨੇ ਸੰਯੁਕਤ ਅਕਾਲੀ ਦਲ ਹੈ, ਹੋਰ ਨੇ ਜਿਹੜੇ ਬੀਜੇਪੀ ਦੇ ਵਿੰਗ ਦੇ ਰੂਪ ਵਿੱਚ ਕੰਮ ਕਰਦੇ ਨੇ। ਉਹ ਸਾਰੇ ਲੋਕ ਅੱਜ ਪੰਥਕ ਏਕਤਾ ਦਾ ਵਾਸਤਾ ਪਾਉਂਦੇ ਨੇ। ਮਤਲਬ ਕੀ ਹੈ
ਕਿ ਜਿਹੜਾ ਮੁੱਖ ਧਾਰਾ ਦਾ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੀ ਅਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਕਰਦੇ ਨੇ, ਜਿਹਦੀ ਅਸੀਂ ਅੱਜ ਮੀਟਿੰਗ ਕਰਕੇ ਹਟੇ ਹਾਂ, ਉਹਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਇੰਨਾ ਕਮਜ਼ੋਰ ਕਰ ਦਈਏ ਕਿ ਉਹਨੂੰ ਵੀ ਇੱਕ ਬੀਜੇਪੀ ਦਾ ਵਿੰਗ ਬਣਾ ਲਈਏ। ਸੋ ਅੱਜ ਪੰਜਾਬ ਦੀ ਇਸ ਪੰਥਕ ਪਾਰਟੀ ਨੂੰ ਕਮਜ਼ੋਰ ਕਰਨ ਲਈ ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਅਸੀਂ ਸਿੱਖ ਸੰਗਤ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਥਕ ਦਰਦੀ ਲੋਕਾਂ ਨੂੰ ਵੀ ਇਹ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ। ਜਿਸ ਤਰ੍ਹਾਂ ਅੱਜ ਬੀਜੇਪੀ ਔਰ ਆਰਐਸਐਸ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲੱਗੀ ਹੈ, ਰੱਬ ਨਾ ਕਰੇ ਇਹ ਗੱਲ ਕੋਈ ਕਾਮਯਾਬੀ ਵੱਲ ਤੁਰਦੀ ਹੈ ਤਾਂ ਪੰਜਾਬ ਦਾ ਔਰ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਊਗਾ। ਪੰਜਾਬ ਦੀ ਨੁਮਾਇੰਦਾ ਕੋਈ ਜਮਾਤ ਨਹੀਂ ਰਹਿਣੀ, ਪੰਜਾਬ ਦੀ ਕੋਈ ਗੱਲ ਕਰਨ ਵਾਲਾ ਨਹੀਂ ਰਹਿਣਾ, ਔਰ ਜੋ ਉਹ ਚਾਹੁੰਦੀਆਂ ਨੇ ਕੇਂਦਰ ਦੀਆਂ ਸਰਕਾਰਾਂ, ਭਾਵੇਂ ਉਹ ਕੇਂਦਰ 'ਚ ਸਰਕਾਰ ਕਾਂਗਰਸ ਦੀ ਰਹੀ, ਭਾਵੇਂ ਅੱਜ ਬੀਜੇਪੀ ਦੀ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਔਰ ਪੰਜਾਬ ਨੂੰ ਕਮਜ਼ੋਰ ਕਰਨ ਲਈ ਹਮੇਸ਼ਾ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ। ਝੁੰਦਾ ਸਾਹਿਬ, ਇਹੀ ਸਵਾਲ ਜਿਹੜਾ ਤੁਸੀਂ ਕਹਿੰਦੇ ਸਾਜ਼ਿਸ਼ ਰਚੀ ਗਈ, ਇਹ ਜਦੋਂ ਤੁਸੀਂ ਚੋਣ ਕੰਪੇਨ ਦੇ ਵਿੱਚ ਗਏ, ਅਕਾਲੀ ਦਲ ਦੇ ਕੋਲ, ਸੀਨੀਅਰ ਲੀਡਰਸ਼ਿਪ ਦੇ ਕੋਲ ਚੋਣਾਂ ਤੋਂ ਪਹਿਲਾਂ ਜਾਂ ਜਦੋਂ ਸਾਜ਼ਿਸ਼ਾਂ ਰਚੀਆਂ, ਉਦੋਂ ਸੁਝਾਅ ਨਹੀਂ ਆਏ, ਉਦੋਂ ਵਰਕਰਾਂ ਨੇ ਅਪਰੋਚ ਨਹੀਂ ਕੀਤੀ ਕਿ ਇਸ ਤਰੀਕੇ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ, ਉਹ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਜੋ ਉਸ ਸਮੇਂ ਦੇ ਹਾਣੀ ਬਣਦਾ ਅਕਾਲੀ ਦਲ ਜਵਾਬ ਦਿੱਤਾ ਜਾਂਦਾ, ਜਿਸ ਤਰੀਕੇ ਨਾਲ ਦੂਸਰੀਆਂ ਪਾਰਟੀਆਂ ਦੇ ਆਈਟੀ ਵਿੰਗ ਕੰਮ ਕਰਦੇ ਨੇ ਉਸ ਤਰੀਕੇ ਨਾਲ ਜਵਾਬ ਦਿੱਤਾ ਜਾਂਦਾ। ਅਕਾਲੀ ਦਲ ਨੇ ਅਕਰ ਕਿਹੜੀ ਕਮਜ਼ੋਰ ਕੜੀ ਸੀ ਕਿ ਅਕਾਲੀ ਦਲ ਜਵਾਬ ਨਹੀਂ ਦੇ ਪਾਏ ਔਰ ਸੰਗਤ ਜਿਹੜੀ ਹੈ ਅਕਾਲੀ ਦਲ ਨੂੰ ਦੋਸ਼ੀ ਸਮਝਦੀ ਰਹੀ? ਦੇਖੋ, ਅਸੀਂ ਇਸ ਗੱਲ ਨੂੰ ਜ਼ਰੂਰ ਐਡਮਿਟ ਕਰਦੇ ਹਾਂ ਕਿ ਸਾਡਾ ਸੋਸ਼ਲ ਮੀਡੀਆ ਉਸ ਢੰਗ ਨਾਲ ਉਸ ਕੂੜ ਪ੍ਰਚਾਰ ਦਾ ਮੁਕਾਬਲਾ ਨਹੀਂ ਕਰ ਸਕਿਆ, ਪਾਰਟੀ ਨਹੀਂ ਕਰ ਸਕੀ। ਅਸੀਂ ਬਹੁਤ ਗੱਲਾਂ 'ਚ ਕਿਤੇ ਗਲਤੀਆਂ ਵੀ ਹੋਈਆਂ ਸਾਤੋਂ, ਕਈ ਗੱਲਾਂ 'ਚ ਅਸੀਂ ਸਹੀ ਹੋਣ ਦੇ ਬਾਵਜੂਦ ਉਹਦਾ ਪੱਖ ਹੈ ਜਿਹੜਾ ਸਾਡਾ ਸੰਗਤ ਤੱਕ ਨਹੀਂ ਪਹੁੰਚ ਸਕਿਆ, ਜਿਹਨੂੰ ਹੌਲੀ ਹੌਲੀ ਲੋਕ ਹੁਣ ਮਹਿਸੂਸ ਕਰਨ ਲੱਗੇ ਨੇ। ਔਰ ਲੋਕ ਇਹ ਵੀ ਮਹਿਸੂਸ ਕਰਨ ਲੱਗੇ ਨੇ ਕਿ ਇਹ ਜਿਹੜਾ ਅਕਾਲੀ ਦਲ ਤੋਂ ਬਿਨਾਂ ਪੰਜਾਬ ਔਰ ਪੰਥ ਦਾ ਗੁਜ਼ਾਰਾ ਨਹੀਂ ਹੈ। ਹੌਲੀ ਹੌਲੀ ਇਹ ਧਾਰਨਾ ਪੰਜਾਬ ਵਿੱਚ ਬਣ ਰਹੀ ਹੈ ਔਰ ਆ ਜਿਹੜੀ ਸਰਕਾਰ ਬਣੀ ਹੈ, ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਫਤਵੇ ਨਾਲ ਬਣਾਈ ਹੈ, ਇਹਦੀ ਕਾਰਗੁਜ਼ਾਰੀ ਕੀ ਹੈ? ਹਰ ਮਹੀਨੇ ਅਫਸਰ ਬਦਲੇ ਜਾ ਰਹੇ ਨੇ, ਕੋਈ ਸਿਸਟਮ ਨਹੀਂ ਹੈ, ਕਤਲੋਗਾਰਤ ਦਾ ਕੀ ਮਾਹੌਲ ਹੈ, ਕਿਸ ਤਰ੍ਹਾਂ ਸਾਡੀਆਂ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਗਈਆਂ, ਕਿਸ ਤਰ੍ਹਾਂ ਦਾ ਵਰਤਾਰਾ ਅੱਜ ਪੰਜਾਬ 'ਚ ਹੋ ਰਿਹਾ, ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਉਹ ਲੋਕ ਰਾਜ ਸਭਾ ਦੇ ਮੈਂਬਰ ਬਣਾਏ ਗਏ ਜਿਨ੍ਹਾਂ 7 ਮੈਂਬਰਾਂ 'ਚੋਂ 5 ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ, ਪੰਜਾਬੀ ਬੋਲਣੀ ਨਹੀਂ ਆਉਂਦੀ। ਸੋ ਪੰਜਾਬ ਦੇ ਮੁੱਦਿਆਂ ਦੀ ਦੱਸੋ ਤੁਸੀਂ, ਕਿਸੇ ਇੱਕ ਵੀ ਕਿਸੇ ਸਾਡੇ ਰਾਜ ਸਭਾ ਦੇ ਮੈਂਬਰ ਨੇ ਕੋਈ ਪੰਜਾਬ ਦੀ ਰਾਜ ਦੀ ਗੱਲ ਕੀਤੀ ਹੈ? ਜੇ ਉੱਥੇ ਮੁੱਦਾ ਉਠਾਇਆ ਰਾਘਵ ਚੱਡਾ ਜੀ ਨੇ ਕਿ ਕੇਜਰੀਵਾਲ ਨੂੰ ਜੀ ਸਿੰਗਾਪੁਰ ਜਾਣ ਦਾ ਵੀਜ਼ਾ ਨਹੀਂ ਦਿੱਤਾ, ਕਿ ਉਦੋਂ ਵੱਡੇ ਅਹਿਮ ਮੁੱਦੇ ਪੰਜਾਬ ਦੇ ਹੈ ਨਹੀਂ ਸੀ ਉੱਥੇ ਉਠਾਉਣ ਵਾਲੇ? ਸੋ ਇਹ ਚੀਜ਼ਾਂ ਨੇ, ਪੰਜਾਬ ਉਹਨਾਂ ਦੇ ਏਜੰਡੇ ਤੇ ਨਹੀਂ ਹੈ, ਉਹ ਤਾਂ ਇੱਕ ਪੰਜਾਬ ਨੂੰ ਕਲੋਨੀ ਬਣਾ ਕੇ ਲੁੱਟ ਰਹੀ ਹੈ। ਇਹੀ ਸਵਾਲ ਦੂਸਰੀਆਂ ਪਾਰਟੀਆਂ ਤੋਂ ਕਹਿੰਦੇ ਕਿ ਉਹ ਨੌਨ ਪੰਜਾਬੀ ਗਏ ਨੇ, ਉਹ ਪੰਜਾਬ ਤੋਂ ਬਿਲੋਂਗ ਨਹੀਂ ਕਰਦੇ ਗਏ, ਉਹਨਾਂ ਦੇ ਖਿਲਾਫ ਕੋਈ ਬੋਲਣ ਦੇ ਲਈ ਤਿਆਰ ਨਹੀਂ ਗਾ, ਤੁਹਾਡੇ ਖਿਲਾਫ ਫਿਰ ਇਹ ਪ੍ਰਚਾਰ ਕਿਉਂ ਸੀ? ਵੱਡਾ ਸਵਾਲ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਉਂ ਟਾਰਗੇਟ ਕੀਤਾ ਗਿਆ ਸੀ? ਇਹਦੇ ਪਿੱਛੇ ਕੋਈ ਪ੍ਰੀ ਪਲਾਨ ਸੀ ਕਿ ਇਸ ਤਰੀਕੇ ਨਾਲ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕੀਤਾ, ਕਿਉਂਕਿ ਲਗਾਤਾਰ 10 ਸਾਲ ਅਕਾਲੀ ਦਲ ਸੱਤਾ ਦੇ ਵਿੱਚ ਸੀ? ਇਹ ਤਾਂ ਪਹਿਲਾਂ ਤੋਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ। ਅੱਜ ਤੋਂ ਨਹੀਂ ਹੈ, ਸ਼੍ਰੀਮਤੀ ਇੰਦਰਾ ਗਾਂਧੀ ਦੇ ਵੇਲੇ ਤੋਂ ਲੈ ਲਓ, ਜਿੰਨੀ ਕੁ ਆਪਣੀ ਉਮਰ ਹੈ, ਉਸ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਕੇਂਦਰ 'ਚ ਸਰਕਾਰਾਂ ਆਈਆਂ, ਹਰੇਕ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ 'ਚ ਕਮਜ਼ੋਰ ਕੀਤਾ ਜਾਵੇ, ਕਿਉਂਕਿ ਸਿੱਖਾਂ ਦੀ ਵਾਹਦ ਨੁਮਾਇੰਦਾ ਜਮਾਤ ਹੈ। ਪੰਜਾਬ ਦੀ ਨੁਮਾਇੰਦਗੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ। ਪੰਜਾਬ ਦਾ ਜਿੱਥੇ ਵੀ ਪੰਜਾਬ ਨਾਲ ਧੱਕਾ ਹੁੰਦਾ, ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕੌਣ ਬੋਲਦਾ? ਬਾਕੀ ਤਾਂ ਅਕਾਲੀ ਦਲ ਦੇ ਬੋਲਣ ਤੋਂ ਬਾਅਦ ਮਜਬੂਰੀ ਬਸ ਬੋਲਦੇ ਨੇ ਵੀ ਕਿਤੇ ਪੰਜਾਬ ਦੇ ਲੋਕ ਔਖੇ ਨਾ ਹੋ ਜਾਣ। ਸੋ ਇਸ ਕਰਕੇ ਸਹੀ ਮਾਇਨਿਆਂ ਜੇ ਪੰਜਾਬ ਦੇ ਹੱਕਾਂ ਦੀ, ਪੰਜਾਬ ਦੀ ਤਰਜਮਾਨੀ ਕਰਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਇਸ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚੀਆਂ। ਜਦੋਂ ਚੋਣਾਂ ਹੋਈਆਂ ਸੀ, ਇਸ ਤੋਂ ਬਾਅਦ ਨਤੀਜੇ ਆਏ ਤਾਂ ਬਹੁਤ ਵੱਡੀ ਹਾਰ ਹੋਈ। ਇਸ ਤੋਂ ਬਾਅਦ ਇੱਕ ਚਰਚਾਵਾਂ ਇਹ ਚੱਲੀਆਂ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਪਰਿਵਾਰ ਸੀ, ਉਹਨਾਂ ਦੇ ਬਜ਼ੁਰਗਾਂ ਨੇ ਜਿਹੜੇ ਪਰਿਵਾਰਕ, ਉਹ ਤਾਂ ਅਕਾਲੀ ਦਲ ਦੇ ਪ੍ਰਤੀ ਵਫਾਦਾਰ ਵੋਟ ਪਾਇਆ। ਯੂਥ ਜਿਹੜਾ ਹੈਗਾ ਅਕਾਲੀ ਦਲ ਉਹ ਟੁੱਟਿਆ, ਕਿਉਂਕਿ 2007 ਔਰ 2012 ਦੇ ਵਿੱਚ ਜੇਕਰ ਅਕਾਲੀ ਦਲ ਨੇ ਸਰਕਾਰ ਬਣਾਈ, ਯੂਥ ਦੇ ਨਾਲ ਬਣਾਈ, ਵੱਡੀ ਪੱਧਰ ਤੇ ਨੌਜਵਾਨ ਜਿਹੜੇ ਹੈਗੇ ਨੇ ਉਹ ਪ੍ਰਭਾਵਿਤ ਸੀ ਅਕਾਲੀ ਦਲ ਦੀਆਂ ਨੀਤੀਆਂ ਤੋਂ। ਕੀ ਕਾਰਨ ਹੈ ਕਿ 2017 ਦੇ ਆਉਂਦੇ ਯੂਥ ਜਿਹੜਾ ਹੈਗਾ ਤੁਹਾਡੇ ਤੋਂ ਯੂ ਟਰਨ ਕਰ ਗਿਆ, ਹੋਰਾਂ ਨਾਲ ਚਲਾ ਗਿਆ, ਔਰ ਯੂਥ ਦੀ ਬਹੁਤ ਵੱਡੀ ਜਿਹੜੀ ਹੈਗੀ ਆ ਕਮੀ ਜਿਹੜੀ ਇਸ ਚੋਣਾਂ ਵਿੱਚ ਔਰ 2017 ਦੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੀ? ਬਿਲਕੁਲ ਠੀਕ ਹੈ। ਯੂਥ ਅੱਜ ਪੰਜਾਬ ਵਿੱਚ ਸਭ ਨੂੰ ਵੱਡਾ ਅਹਿਮ ਰੋਲ ਰੱਖਦਾ। ਅੱਜ ਤੋਂ ਜੇ ਆਪਾਂ ਪੁਰਾਣੀ 20-30 ਸਾਲ ਦੀ ਗੱਲ ਕਰੀਏ ਤਾਂ ਘਰਾਂ ਦੀ ਰਹਿਨੁਮਾਈ ਹੈ ਜਿਹੜੀ ਉਹ ਬਜ਼ੁਰਗ ਕਰਿਆ ਕਰਦੇ ਸੀ। ਜਿਸ ਤਰ੍ਹਾਂ ਬਜ਼ੁਰਗਾਂ ਦੀ ਜਿਹੜੀ ਸੋਚ ਹੁੰਦੀ ਸੀ ਉਹ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੀ ਸੀ ਔਰ ਨੌਜਵਾਨ ਉਸ ਲਾਈਨ ਤੇ ਚੱਲਦੇ ਸੀ। ਅੱਜ ਜਿਹੜਾ ਯੁੱਗ ਹੈ, ਅੱਜ ਨੌਜਵਾਨ ਅਗਵਾਈ ਕਰ ਰਿਹਾ, ਚਾਹੇ ਉਹ ਘਰਾਂ ਦੀ ਹੈ, ਚਾਹੇ ਉਹ ਰਾਜਨੀਤੀ ਦੀ ਹੈ, ਚਾਹੇ ਸਮਾਜਿਕ ਖੇਤਰ ਦੀ ਹੈ। ਇਹ ਪੰਜਾਬ ਲਈ ਇੱਕ ਸ਼ੁਭ ਸ਼ਗਨ ਹੈ ਕਿ ਨੌਜਵਾਨ ਦੇ ਹੱਥ ਵਿੱਚ ਅਗਵਾਈ ਪੰਜਾਬ ਦੀ ਆ ਰਹੀ ਹੈ। ਸੋ ਨੌਜਵਾਨ ਵਰਗ
ਦੋਨੋਂ ਪਾਰਟੀਆਂ ਤੋਂ ਨਾਰਾਜ਼ ਸੀ ਔਰ ਉਹਨਾਂ ਨੇ ਬਦਲਾਅ ਦੇ ਰੂਪ ਵਿੱਚ ਵੋਟ ਪਾਈ ਹੈ। ਪਰ ਇਹ ਇੱਕ ਗੱਲ ਨੂੰ ਨੌਜਵਾਨ ਵੀ ਮਹਿਸੂਸ ਕਰਦੇ ਨੇ ਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਔਰ ਜੋ ਸੁਹਿਰਦਤਾ ਔਰ ਜੋ ਪੰਜਾਬ ਦੇ ਹੱਕਾਂ ਲਈ ਲੜਨ ਮਰਨ ਦਾ ਜੋ ਅਕੀਦਾ ਸ਼੍ਰੋਮਣੀ ਅਕਾਲੀ ਦਲ 'ਚ ਹੈ ਜਾਂ ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿਪ 'ਚ ਹੋਰ ਕਿਸੇ ਪਾਰਟੀ 'ਚ ਹੈ ਨਹੀਂ। ਸੋ ਇਹ ਹੌਲੀ ਹੌਲੀ ਸਮੇਂ ਨਾਲ ਇਹ ਗੱਲ ਨੇ ਆਉਣਾ ਔਰ ਸਾਨੂੰ ਅਸੀਂ ਫਤਵੇ ਦਾ ਨਿਰਾਦਰ ਨਹੀਂ ਕਰਦੇ, ਅਸੀਂ ਫਤਵੇ ਦਾ ਸਤਿਕਾਰ ਕਰਦੇ ਹਾਂ। ਜੋ ਫਤਵਾ ਕੀਤਾ ਨੌਜਵਾਨਾਂ ਨੇ ਫੈਸਲਾ ਕੀਤਾ ਉਹਨੂੰ ਵੀ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਪਰ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਨੌਜਵਾਨ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜੇਗਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਪੰਜਾਬ ਲਈ ਸਿਰਫ ਇੱਕੋ ਹੀ ਬਦਲ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਸਾਹਮਣੇ ਆਊਗਾ ਜਿਹੜਾ ਪੰਜਾਬ ਦੇ ਹੱਕਾਂ ਦੀ ਸਹੀ ਮਾਇਨਿਆਂ ਵਿੱਚ ਤਰਜਮਾਨੀ ਕਰ ਸਕਦਾ। ਝੁੰਦਾ ਸਾਹਿਬ, ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਗਏ ਸੀ 2017 ਦੇ ਵਿੱਚ, ਤੁਸੀਂ ਇੱਕ ਨਾਅਰਾ ਦਿੱਤਾ ਸੀ ਕਿ ਪ੍ਰਗਤੀਸ਼ੀਲ ਪੰਜਾਬ, ਵਿਕਾਸਸ਼ੀਲ ਪੰਜਾਬ। ਅਕਾਲੀ ਦਲ ਦੇ ਨਾਲ ਅਕਾਲੀ ਦਲ ਨੇ ਬਹੁਤ ਸਾਰੀ ਡਿਵੈਲਪਮੈਂਟ ਕਰਾਈ ਆਪਣੇ 10 ਸਾਲ ਦੇ ਰਾਜ ਦੇ ਵਿੱਚ। ਉਹ ਡਿਵੈਲਪਮੈਂਟ ਜੋ ਤੁਸੀਂ ਦਾਅਵਾ ਕਰਦੇ ਰਹੇ, ਤੁਹਾਡੀ ਲੀਡਰਸ਼ਿਪ ਦਾਅਵਾ ਕਰਦੀ ਹੈ ਕਿ ਜੇਕਰ ਪੰਜਾਬ ਦੀ ਨੁਹਾਰ ਬਦਲੀ ਤਾਂ ਅਕਾਲੀ ਦਲ ਨੇ ਬਦਲੀ। ਇਸ ਦੇ ਬਾਵਜੂਦ ਵੀ ਪੰਜਾਬ ਦਾ ਵੋਟਰ ਤੁਹਾਡੇ ਨਾਲ ਕਿਉਂ ਨਹੀਂ ਖੜਾ? ਜੇਕਰ ਤੁਸੀਂ ਵਿਕਾਸ ਕਰਾਇਆ ਸੀ ਜਾਂ ਤੁਸੀਂ ਪੰਜਾਬ ਦੇ ਲਈ ਵਚਨਬੱਧ ਸੀ ਵਿਕਾਸ ਦੇ ਲਈ, ਤਾਂ ਉਹ ਸਾਰੀਆਂ ਗੱਲਾਂ ਨੂੰ ਪਿੱਛੇ ਹਟ ਕੇ ਦੂਸਰੀਆਂ ਪਾਰਟੀਆਂ ਨੂੰ ਕਿਉਂ ਚੁਣਿਆ? ਕਿਤੇ ਨਾ ਕਿਤੇ ਕਮੀ ਸੀ, ਲੀਡਰਸ਼ਿਪ ਦੀ ਕਮੀ ਸੀ, ਫੈਸਲੇ ਲੈਣ ਦੀ ਕਮੀ ਸੀ। ਕਮੀ ਕਿਸ ਵਿੱਚ ਸੀ ਫਿਰ? ਦੇਖੋ, ਜਿਹੜੀ ਵਿਕਾਸ ਔਰ ਭਲਾਈ ਸਕੀਮਾਂ ਦੀ ਗੱਲ ਹੈ ਉਹ ਅੱਜ ਵੀ ਲੋਕ ਮੰਨਦੇ ਨੇ ਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ, ਚਾਹੇ ਉਹ ਸਾਡੀਆਂ ਸੜਕਾਂ ਲੈ ਲਓ, ਕੋਈ ਇੱਕ ਸੜਕ ਹੈ ਜਿਹੜੀ ਪਿਛਲੇ 5 ਸਾਲਾਂ 'ਚ ਕਾਂਗਰਸ ਨੇ ਬਣਾਤੀ ਹੋਵੇ, ਚਾਹੇ ਤੁਸੀਂ ਬਠਿੰਡੇ ਵਾਲੀ ਸੜਕ ਲੈ ਲਓ, ਅੰਮ੍ਰਿਤਸਰ ਵਾਲੀ ਲੈ ਲਓ, ਪਠਾਨਕੋਟ ਤੋਂ ਅੰਮ੍ਰਿਤਸਰ ਲੈ ਲਓ ਜਾਂ ਮੋਗੇ ਵਾਲੀ ਸਾਈਡ ਵਾਲੀਆਂ ਲੈ ਲਓ, ਜਿੰਨੀਆਂ 4 ਲੇਨ 6 ਲੇਨ ਸੜਕਾਂ ਬਣੀਆਂ ਪੰਜਾਬ 'ਚ, ਕੋਈ ਏਅਰਪੋਰਟ ਬਣੇ ਨੇ, ਕੋਈ ਭਲਾਈ ਸਕੀਮਾਂ ਚੱਲੀਆਂ ਨੇ, ਸਕੀਮ ਆਟਾ ਦਾਲ ਸਕੀਮਾਂ, ਸ਼ਗਨ ਸਕੀਮਾਂ, ਪੈਨਸ਼ਨਾਂ ਨੇ, ਕਿਸਾਨਾਂ ਦੇ ਬਿੱਲ ਮਾਫ ਨੇ। ਜੋ ਵੈਲਫੇਅਰ ਸਕੀਮਸ ਔਰ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਉਹ ਕਿਸੇ ਸਰਕਾਰ ਸਮੇਂ ਹੋਈਆਂ ਹੀ ਨਹੀਂ। ਇਹਦੇ 'ਚ ਤਾਂ ਕੋਈ ਦੋ ਰਾਏ ਹੀ ਨਹੀਂ। ਪਰ ਪ੍ਰਭਾਵ ਕਿਹੜੀ ਚੀਜ਼ ਦਾ ਰਿਹਾ ਇਲੈਕਸ਼ਨ ਤੇ? ਇਲੈਕਸ਼ਨ ਤੇ ਰਿਹਾ ਧਾਰਮਿਕ ਮੁੱਦਿਆਂ ਦਾ, ਜੋ ਕੂੜ ਪ੍ਰਚਾਰ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਦਿੱਤਾ ਗਿਆ, ਜਿਹਨੂੰ ਅਸੀਂ ਨਹੀਂ ਟੈਕਲ ਕਰ ਸਕੇ। ਸਾਨੂੰ ਮੰਨਣ 'ਚ ਕੋਈ ਗਰੇਜ਼ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਸਾਡਾ ਉਹਦੇ 'ਚ ਕੋਈ ਰੋਲ ਨਹੀਂ ਸੀ, ਪਰ ਇੱਕ ਭਾਵਨਾ ਬਣ ਗਈ ਸੰਗਤ 'ਚ ਕਿ ਪੰਥਕ ਸਰਕਾਰ ਦੇ ਸਮੇਂ ਇਹ ਘਟਨਾ ਦਾ ਵਾਪਰਨਾ ਲੋਕਾਂ ਦੇ ਮਨਾਂ ਵਿੱਚ ਵੱਡਾ ਰੋਸ ਬਣਿਆ, ਜਿਹਦੇ ਕਰਕੇ ਡਿਵੈਲਪਮੈਂਟ ਔਰ ਭਲਾਈ ਸਕੀਮਾਂ ਦੇ ਮੁੱਦੇ ਜਿਹੜੇ ਫਿੱਕੇ ਪੈ ਗਏ। ਰੋਸ ਹੁੰਦਾ ਸਰ ਇਸ ਗੱਲ ਦਾ ਸੀ ਕਿ ਬੇਅਦਬੀ, ਜਾਂ ਰੋਸ ਇਸ ਗੱਲ ਦਾ ਹੀ ਸੰਗਤ ਦੇ ਵਿੱਚ ਕਿ ਬੇਅਦਬੀ ਤਾਂ ਹੋਈ ਪਰ ਬੇਅਦਬੀ ਦੇ ਇਨਸਾਫ ਅਕਾਲੀ ਦਲ ਨੇ ਦਿਵਾਇਆ। 1.5 ਸਾਲ ਤੁਹਾਡੀ ਸਰਕਾਰ ਰਹੀ ਹੈ, ਜਦੋਂ ਜਵਾਹਰ ਸਿੰਘ ਵਾਲਾ ਦਾ ਸਰੂਪ ਚੋਰੀ ਹੁੰਦੇ ਨੇ, ਇਸ ਤੋਂ ਬਾਅਦ ਗੁਰੂ ਮਹਾਰਾਜ ਦੇ ਅੰਗ ਜਿਹੜੇ ਹੈਗੇ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਆ। ਅਕਾਲੀ ਦਲ ਕਮਜ਼ੋਰ ਰਿਹਾ ਆਪਣੇ 1.5 ਸਾਲ ਦੇ ਰਾਜ ਦੇ ਵਿੱਚ, ਉਹਨਾਂ ਦੋਸ਼ੀਆਂ ਤੱਕ ਪਹੁੰਚਣ ਦੀ, ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ। ਇਸ ਲਈ ਸੰਗਤ ਤੁਹਾਡੇ ਤੋਂ ਨਾਰਾਜ਼ ਹੋਈ ਜਾਂ ਇਸ ਕਰਕੇ ਕਿ ਤੁਹਾਡੀ ਪੰਥਕ ਪਾਰਟੀ ਦੀ ਸਰਕਾਰ ਦੇ ਵਿੱਚ ਬੇਅਦਬੀ ਹੋਈ? ਦੋਨੋਂ ਗੱਲਾਂ ਨੇ ਜੀ। ਕਾਂਗਰਸ ਨੇ ਕਿੰਨਾ ਕੁਝ ਕੀਤਾ ਸਿੱਖ ਕੌਮ ਨੂੰ ਖਤਮ ਕਰਨ ਲਈ। ਬਲੂ ਸਟਾਰ ਆਪਰੇਸ਼ਨ ਹੋਇਆ, ਦਰਬਾਰ ਸਾਹਿਬ 'ਚ ਗੋਲੀਆਂ ਵੱਜੀਆਂ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤੇ ਗਏ, 42 ਹੋਰ ਗੁਰੂ ਘਰਾਂ ਤੇ ਅਟੈਕ ਹੋਇਆ, 5000 ਸਿੱਖਾਂ ਦਾ ਧੀਆਂ ਭੈਣਾਂ ਦੀ ਬੇਅਦਬੀ ਹੋਈ। ਉਹਨਾਂ ਤੇ ਦੁਸ਼ਮਣ ਤੇ ਗਿਲਾ ਨਹੀਂ ਹੁੰਦਾ, ਉਹਨਾਂ ਨੂੰ ਲੋਕ ਪੰਥ ਦੇ ਦੁਸ਼ਮਣ ਜਮਾਤ ਮੰਨਦੇ ਸੀ। ਪਰ ਸਾਡੀ ਪੰਥਕ ਸਰਕਾਰ ਸੀ, ਸਾਡੇ ਸਮੇਂ ਛੋਟੀ ਘਟਨਾ ਵੀ ਵੱਡੀ ਹੈ ਭਾਵੇਂ ਛੋਟੀ ਹੈ। ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬੇਅਦਬੀ ਤਾਂ ਬਹੁਤ ਵੱਡੀ ਘਟਨਾ ਹੈ, ਪਰ ਸਾਡੇ ਤੇ ਗਿਲਾ ਇਸ ਕਰਕੇ ਜ਼ਿਆਦਾ ਸੀ ਕਿ ਅਸੀਂ ਪੰਥਕ ਜਮਾਤ ਸੀ, ਪੰਥ ਦੀ ਰਹਿਨੁਮਾਈ ਕਰਦੇ ਸੀ। ਲੋਕ ਇਹ ਮਹਿਸੂਸ ਕਰਦੇ ਸੀ ਕਿ ਦੁਸ਼ਮਣ ਜਾਂ ਕਾਂਗਰਸ ਜਾਂ ਹੋਰ ਜਮਾਤਾਂ ਜੋ ਮਰਜ਼ੀ ਕਰਨ, ਪਰ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਘਟਨਾ ਕਿਉਂ ਵਾਪਰੀ? ਇੱਕ ਪਰਸੈਪਸ਼ਨ, ਇੱਕ ਐਸੀ ਭਾਵਨਾ ਪੈਦਾ ਕਰਤੀ ਸੰਗਤ 'ਚ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਤਾ ਨਹੀਂ ਜਿਵੇਂ ਬੇਅਦਬੀ ਕਰਵਾਈ ਹੁੰਦੀ ਹੈ। ਸੋ ਹੁਣ ਲੋਕ ਸਮਝ ਰਹੇ ਨੇ ਵੀ ਬੇਅਦਬੀ ਕਰਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਰੋਲ ਨਹੀਂ ਸੀ, ਪਰ ਬੇਅਦਬੀ ਕਰਨ ਵਾਲਿਆਂ ਨੂੰ ਪੂਰਨ ਰੂਪ ਵਿੱਚ ਸਹੀ ਢੰਗ ਨਾਲ ਅਸੀਂ ਕਟਹਿਰੇ 'ਚ ਖੜਾ ਕਰਕੇ ਜਾਂ ਉਹਨਾਂ ਨੂੰ ਸਜ਼ਾਵਾ ਦੇਣ 'ਚ ਕੁਛ ਦੇਰ ਹੋ ਗਈ, ਜਾਂ ਇਹ ਹੋ ਗਿਆ ਕਿ ਸੰਤ ਸਮਾਜ ਨੇ ਕਹਿਤਾ ਵੀ ਜਿਹੜੀ ਜਾਂਚ ਆ ਉਹ CBI ਨੂੰ ਦਿੱਤੀ ਜਾਵੇ, ਅਸੀਂ ਉਹ ਜਾਂਚ CBI ਨੂੰ ਦੇਤੀ, ਸਾਡੇ ਹੱਥ ਬੰਨੇ ਗਏ। ਕਈ ਗੱਲਾਂ ਰਲ ਗਈਆਂ ਜਿਨ੍ਹਾਂ ਨਾਲ ਸਾਡੇ ਤੇ ਉਹ ਸਾਰਾ ਜਿਹੜਾ ਵਰਕਰ ਕੀ ਕਹਿੰਦੇ ਨੇ ਬੇਅਦਬੀ ਘਟਨਾ ਨੂੰ ਲੈ ਕੇ? ਵਰਕਰਾਂ ਨੇ ਵੀ ਰਾਏ ਰੱਖੀ ਹੋਣੀ ਆ ਕਿ ਜਿਹੜੀ ਹੈਗੀ ਆ ਕਿਉਂ ਦੇਰੀ ਹੋਈ, ਜਾਂ ਇਸ ਲਈ ਵਰਕਰ ਕਿਹਨੂੰ ਦੋਸ਼ੀ ਮੰਨਦੇ ਨੇ? ਫੈਸਲਾ ਲੈਣ ਦੀ ਦੇਰੀ ਮੰਨਦੇ ਆ ਜਾਂ ਸਹੀ ਤਰੀਕੇ ਨਾਲ ਜਾਂਚ, ਸਹੀ ਤਰੀਕੇ ਨਾਲ ਉਸ ਤਰੀਕੇ ਨਾਲ ਕੰਮ ਨਹੀਂ ਹੋ ਪਾਏ ਜੋ ਸੰਗਤ ਚਾਹੁੰਦੀ ਸੀ? ਕੋਈ ਸੁਝਾਅ ਇਸ ਨੂੰ ਲੈ ਕੇ ਵੀ ਆਇਆ ਹੋਵੇ ਨਾ? ਜੋ ਵਰਕਰਾਂ ਨੇ ਇਹ ਮੁੱਖ ਮੁੱਦਾ ਹੈ ਸਾਡੀ ਰਿਪੋਰਟ ਦਾ, ਇਹਦੇ ਤੇ ਵੀ ਅਸੀਂ ਖੁੱਲ੍ਹ ਕੇ ਵਿਚਾਰ ਦਿੱਤੇ ਨੇ। ਸੋ ਮੈਂ ਉਹ ਜਨਤਕ ਤਾਂ ਨਹੀਂ ਕਰਨਾ ਚਾਹੁੰਦਾ, ਪਰ ਲੋਕਾਂ ਦੀਆਂ ਇਹ ਭਾਵਨਾਵਾਂ ਨੇ ਕਿ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ ਔਰ ਉਹਦੇ ਹੱਲ ਲਈ ਅਸੀਂ ਕਮੇਟੀ ਦੀ ਰਿਪੋਰਟ ਵਿੱਚ ਲਿਖਿਆ ਔਰ ਉਹਦੇ ਲਈ ਜੋ ਵੀ ਉਪਰਾਲੇ ਹੋਣਗੇ ਅਸੀਂ ਕਰਾਂਗੇ। ਝੁੰਦਾ ਸਾਹਿਬ, 1-2 ਵੱਡੇ ਐਜੀਟੇਸ਼ਨ ਹੋਏ ਆ
ਪੰਜਾਬ ਦੇ ਵਿੱਚ ਪਿਛਲੇ 2015 ਤੋਂ ਲੈ ਕੇ 2020 ਦੇ ਸਫ਼ਰ ਦੀ ਗੱਲ ਕਰੀਏ, ਪਹਿਲਾਂ ਬੇਅਦਬੀ ਨੂੰ ਲੈ ਕੇ ਬਹੁਤ ਵੱਡਾ ਐਜੀਟੇਸ਼ਨ ਪੰਜਾਬ ਦੇ ਵਿੱਚ ਹੋਇਆ, ਫਿਰ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਇਆ। ਅਕਾਲੀ ਦਲ ਨੂੰ ਖੇਤੀ ਕਾਨੂੰਨਾਂ ਦੀ ਸ਼ੁਰੂਆਤੀ ਦਿਨਾਂ ਦੇ ਵਿੱਚ ਹਮਾਇਤ ਕਰਨਾ, ਇਸ ਤੋਂ ਬਾਅਦ ਜਿਹੜਾ ਹੈਗਾ ਬੀਜੇਪੀ ਦਾ ਗੱਠਜੋੜ ਤੋਂ ਬਾਹਰ ਆਉਣਾ, ਰਿਜ਼ਾਈਨ ਕਰਨਾ, ਇਸ ਤੋਂ ਬਾਅਦ ਮੰਤਰੀ ਮੰਡਲ ਵੀ ਛੱਡਣਾ, ਦੇਰੀ ਨਾਲ ਫੈਸਲਾ ਲਿਆ ਸੀ, ਉਹਦਾ ਵੀ ਖਮਿਆਜਾ ਭੁਗਤਣਾ ਪਿਆ, ਕਿਉਂਕਿ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਕਿਸਾਨ ਵੋਟਰ ਨੇ ਤੈਅ ਕਰਦੇ ਨੇ ਕਿਸੇ ਵੀ ਸਰਕਾਰ ਦਾ ਬਣਨਾ ਔਰ ਜਾਣਾ। ਦੇਖੋ, ਜਿਹੜੀ ਕਿਸਾਨ ਐਜੀਟੇਸ਼ਨ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਬਿੱਲਾਂ ਦੇ ਖਿਲਾਫ ਆਈ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਫੈਸਲਾ ਲਿਆ। ਕਿਸੇ ਹੋਰ ਪਾਰਟੀ ਨੇ ਤਾਂ ਕੋਈ ਤਿਆਗ ਜਾਂ ਕੋਈ ਕੁਰਬਾਨੀ ਦਿਖਾਈ ਨਹੀਂ, ਨਾ ਪੰਜਾਬ ਦੀ ਸਰਕਾਰ ਨੇ ਦਿਖਾਈ ਹੈ, ਨਾ ਕਿਸੇ ਹੋਰ ਸਰਕਾਰ ਨੇ ਦਿਖਾਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਉਮੀਦ ਵੱਧ ਰੱਖਦੇ ਨੇ, ਇਹਦੇ 'ਚ ਕੋਈ ਦੋ ਰਾਇ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਆਪਦਾ ਫਰਜ਼ ਪਛਾਣਦੇ ਹੋਏ ਕੇਂਦਰ ਦੀ ਕੈਬਨਿਟ ਮਿਨਿਸਟਰੀ ਵੀ ਛੱਡੀ, ਅਸੀਂ ਗੱਠਜੋੜ ਵੀ ਤੋੜਿਆ, ਪਰ ਲੋਕਾਂ ਵਿੱਚ ਇਹ ਭਾਵਨਾ ਬਣ ਗਈ ਵੀ ਥੋੜੇ ਲੇਟ ਹੋਏ ਗਏ ਸੀ। ਸੋ ਲੋਕਾਂ ਨੇ ਉਸ ਗੱਲ ਨੂੰ ਥੋੜਾ ਬੋਲਾ ਸਾਡੇ ਤੇ ਗਿਲਾ ਕੀਤਾ ਕਿ ਤੁਹਾਡਾ ਪਹਿਲਾਂ ਹੀ ਫਰਜ਼ ਬਣਦਾ ਸੀ ਕਿ ਤੁਸੀਂ ਜਦੋਂ ਆਰਡੀਨੈਂਸ ਆਏ ਨੇ ਉਦੋਂ ਹੀ। ਪਰ ਅਕਾਲੀ ਦਲ ਕੋਸ਼ਿਸ਼ ਕਰਦਾ ਰਿਹਾ, ਲੀਡਰਸ਼ਿਪ ਨੂੰ ਸਾਰੀ ਨੂੰ ਮਿਲਦਾ ਰਿਹਾ, ਔਰ ਸਾਨੂੰ ਭਰੋਸਾ ਵੀ ਦਿੱਤਾ ਗਿਆ ਕਿ ਜਦੋਂ ਬਿੱਲ ਆਉਣਗੇ, ਕਾਨੂੰਨ ਆਉਣਾ ਬਣਨਾ, ਤਾਂ ਉਦੋਂ ਤੁਹਾਡੇ ਵਿਚਾਰ ਵਟਾਂਦਰੇ ਤੋਂ ਬਿਨਾਂ ਨਹੀਂ ਬਣਾਇਆ ਜਾਏਗਾ। ਸੋ ਉਸ ਭਰੋਸੇ 'ਚ ਜਦੋਂ ਉਹਨਾਂ ਨੇ ਫਿਰ ਬਿੱਲ ਲੈ ਕੇ ਆਂਦਾ, ਉਸੇ ਸ਼ੇਪ 'ਚ ਲੈ ਕੇ ਆਂਦਾ, ਫਿਰ ਬੀਬਾ ਜੀ ਨੇ ਅਸਤੀਫਾ ਵੀ ਦਿੱਤਾ ਸੀ, ਗੱਠਜੋੜ ਵੀ ਤੋੜਿਆ। ਸੋ ਅਸੀਂ ਆਪਦਾ ਫਰਜ਼ ਨਿਭਾਇਆ। ਧੋਖਾ ਕੀਤਾ ਗੱਠਜੋੜ ਦੇ ਨਾਲ ਤੇ ਬੀਜੇਪੀ ਨੇ ਧੋਖਾ ਕੀਤਾ। ਬੀਜੇਪੀ ਨੇ ਕਮਿਟਮੈਂਟ ਕਰਕੇ ਪਾਰਟੀ ਪ੍ਰਧਾਨ ਸਾਹਿਬ ਸਾਡੀ ਲੀਡਰਸ਼ਿਪ ਨਾਲ ਕਿ ਜਦੋਂ ਬਿੱਲ ਆਉਣਗੇ ਤਾਂ ਤੁਹਾਨੂੰ ਪੁੱਛ ਕੇ ਜਿਹੜਾ ਹੈ ਉਹਦੇ 'ਚ ਤੁਹਾਡੇ ਅਨੁਸਾਰ ਹੋਣਗੇ, ਕਿਸਾਨ ਜਥੇਬੰਦੀਆਂ ਦੀ ਰਾਏ ਨਾਲ ਹੋਣਗੇ, ਪਰ ਉਹ ਨਹੀਂ ਕੀਤਾ ਤਾਂ ਅਸੀਂ ਗੱਠਜੋੜ ਰਿਪੋਰਟ ਦੇ ਵਿੱਚ ਜ਼ਿਕਰ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਨੁਕਸਾਨ ਹੋਇਆ। ਬਿਲਕੁਲ ਹਰ ਚੀਜ਼ ਦਾ ਜ਼ਿਕਰ ਹੈ। ਰਿਪੋਰਟ ਦੇ 42 ਪੁਆਇੰਟ ਨੇ। ਕੋਈ ਪੰਜਾਬ ਦਾ ਜਾਂ ਸਿੱਖ ਮੁੱਦਿਆਂ ਦਾ ਜਾਂ ਸਿੱਖ ਭਾਈਚਾਰਕ ਸਾਂਝ ਦਾ, ਡਿਵੈਲਪਮੈਂਟ ਦਾ, ਜਾਂ ਜਿੱਥੇ ਕਮੀਆਂ ਰਹੀਆਂ ਜਾਂ ਜਿਹਨੇ ਜੋ ਚੰਗੇ ਕੰਮ ਕੀਤੇ ਜਿਨ੍ਹਾਂ ਨੂੰ ਅਸੀਂ ਉਜਾਗਰ ਨਹੀਂ ਕਰ ਸਕੇ, ਹਰ ਚੀਜ਼ ਦਾ ਰਿਪੋਰਟ ਜ਼ਿਕਰ ਹੈ। ਬੜੀ ਵਿਸਤਾਰਪੂਰਵਕ ਢੰਗ ਨਾਲ ਕੀਤਾ ਔਰ ਸਾਰੀ ਕੋਰ ਕਮੇਟੀ ਨੇ ਉਹਦੀ ਤਾਰੀਫ ਕੀਤੀ ਹੈ। ਤੁਸੀਂ ਪੀਸੀ ਦੇ ਵਿੱਚ ਵੀ ਅੱਜ ਜ਼ਿਕਰ ਕੀਤਾ ਕਿ ਉਸ ਰਿਪੋਰਟ ਨੂੰ ਮੰਨ ਲਿਆ ਗਿਆ, ਉਹ ਸੁਝਾਅ ਮੰਨ ਲਏ ਗਏ ਨੇ। ਤੁਹਾਡਾ ਉਹ ਜਿਹੜੀ ਹੈਗੀ ਰਿਪੋਰਟ ਤਿਆਰ ਕਰਨ, ਤੁਹਾਡਾ ਸ਼ਲਾਘਾ ਵੀ ਤੁਹਾਡੀ ਕਮੇਟੀ ਦੀ ਹੋਈ ਆ। ਜਦੋਂ ਇੰਪਲੀਮੈਂਟ ਹੋਏਗੀ ਰਿਪੋਰਟ ਕਾਡਰ ਦੇ ਲਈ ਜਾਂ ਜਥੇਬੰਦਕ ਢਾਂਚੇ ਦੇ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ, ਨਵਾਂ ਅਕਾਲੀ ਦਲ ਵੇਖਣ ਨੂੰ ਮਿਲੇਗਾ 2024 ਤੋਂ ਪਹਿਲਾਂ? ਦੇਖੋ, ਇਹ ਤਾਂ ਡਿਸੀਜਨ ਹੈ ਜਿਹੜੀ ਪਾਰਟੀ ਪ੍ਰਧਾਨ ਸਾਹਿਬ ਦਾ ਜਾਂ ਕੋਰ ਕਮੇਟੀ ਦਾ ਕਰਨਾ, ਪਰ ਜਿਸ ਭਾਵਨਾ ਨਾਲ ਅੱਜ ਕੋਰ ਕਮੇਟੀ ਨੇ ਔਰ ਪਾਰਟੀ ਪ੍ਰਧਾਨ ਸਾਹਿਬ ਨੇ ਸਾਡੀਆਂ ਗੱਲਾਂ ਸੁਣੀਆਂ ਨੇ, ਉਹਨਾਂ ਸੁਝਾਵਾਂ ਤੇ ਬੜੀ ਗੰਭੀਰਤਾ ਔਰ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਭਰੋਸਾ ਦਿਵਾਇਆ। ਔਰ ਸਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ, ਲੱਗਦਾ ਨਹੀਂ, ਇਹ ਹੋਊਗਾ, ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਬਹੁਤ ਜਲਦੀ ਇੱਕ ਨਵੇਂ ਰੂਪ 'ਚ, ਨਵੀਆਂ ਲੀਹਾਂ ਤੇ ਔਰ ਚੰਗੇ ਚਿਹਰਿਆਂ ਨਾਲ ਔਰ ਵੱਡੇ ਰੂਪ ਵਿੱਚ ਪੰਜਾਬ ਦਾ ਹਮਦਰਦ ਬਣ ਕੇ ਚੰਗੇ ਏਜੰਡੇ ਨਾਲ ਤੁਹਾਨੂੰ ਦੇਖਣ ਨੂੰ ਮਿਲੇਗਾ। ਇਹ ਤੁਹਾਨੂੰ ਯਕੀਨ ਆ ਕਿ ਤੁਸੀਂ ਕਮੇਟੀ ਦੇ ਬਤੌਰ ਹੈੱਡ ਕਰ ਰਹੇ ਸੀ ਕਿ ਜੇ ਇੰਪਲੀਮੈਂਟ ਹੋਏਗੀ, ਬਿਨ ਰਿਪੋਰਟ ਇੰਪਲੀਮੈਂਟ ਹੋ ਗਈ ਤਾਂ 2024 ਤੋਂ ਪਹਿਲਾਂ ਅਕਾਲੀ ਦਲ ਮੁੜ ਸਰਜੀਤ ਹੋਵੇਗਾ? ਤਾਂ ਵੱਡੀ ਆਸ ਨਾਲ ਦੇਖ ਰਿਹਾ ਅਕਾਲੀ ਦਲ ਇਸ ਸੁਝਾਅ ਨੂੰ। ਦੇਖੋ, ਇਹਦੇ 'ਚ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ। ਲੋਕ ਇਹ ਤਾਂ ਮਹਿਸੂਸ ਕਰਦੇ ਹੀ ਨੇ, ਪਰ ਲੋਕ ਇਹ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿੱਥੇ ਕਿਤੇ ਆਪਦੇ ਮਾੜੀਆਂ ਮੋਟੀਆਂ ਅਸਲੀ ਏਜੰਡੇ ਤੋਂ ਪਿੱਛੇ ਹਟਿਆ, ਉਹਦੇ ਤੇ ਵੀ ਵਾਪਸ ਆਵੇ। ਸ਼੍ਰੋਮਣੀ ਅਕਾਲੀ ਦਲ ਪੂਰਨ ਰੂਪ ਵਿੱਚ ਪੰਜਾਬ ਔਰ ਪੰਥ ਦਾ ਹਮਦਰਦ ਦਿਸੇ। ਸੋ ਉਹ ਚੀਜ਼ਾਂ ਨੂੰ ਪੂਰੀ ਗੰਭੀਰਤਾ ਨਾਲ ਕੋਰ ਕਮੇਟੀ ਨੇ ਔਰ ਪਾਰਟੀ ਪ੍ਰਧਾਨ ਸਾਹਿਬ ਨੇ ਮੰਨਿਆ। ਸੋ ਮੈਂ ਧੰਨਵਾਦ ਕਰਦਾ ਸਾਡੀ ਸਬ ਕਮੇਟੀ ਵੱਲੋਂ ਕਿ ਜਿੱਥੇ ਉਹਨਾਂ ਨੇ ਸਾਡੀਆਂ ਸਾਰੀ ਮਿਹਨਤ ਨੂੰ, ਸਾਡੀਆਂ ਸਿਫਾਰਸ਼ਾਂ ਨੂੰ, 2 ਮਹੀਨੇ ਦੀ ਸਾਡੀ ਲਗਨ ਨਾਲ ਕੀਤੇ ਹੋਏ ਕੰਮ ਦੀ ਸ਼ਲਾਘਾ ਕੀਤੀ ਹੈ, ਉੱਥੇ ਭਰੋਸਾ ਵੀ ਦਿੱਤਾ ਕਿ ਅਸੀਂ ਇਹਨੂੰ ਹੂਬ ਟੂ ਹੂਬ ਲਾਗੂ ਕਰਾਂਗੇ। ਔਰ ਉਹਦੇ ਨਾਲ ਬਹੁਤ ਵੱਡਾ ਜਿਹੜਾ ਹੁਲਾਰਾ ਉਹ ਪੰਜਾਬ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ 'ਚ ਵਰਕਰ ਨੂੰ ਖਾਸ ਤੌਰ ਤੇ ਮਿਲੂਗਾ, ਕਿਉਂਕਿ ਰਿਪੋਰਟ ਇਹ ਵਰਕਰਾਂ ਦੀ ਹੈ, ਇਹ ਸਾਡੀ ਰਿਪੋਰਟ ਨਹੀਂ ਹੈ, ਵਰਕਰਾਂ ਦੀ। ਤਾਂ ਇਹ ਸਨ ਸਾਡੇ ਨਾਲ ਇਕਬਾਲ ਸਿੰਘ ਝੁੰਦਾ, ਜੋ ਉਸ ਕਮੇਟੀ ਨੂੰ ਹੈੱਡ ਕਰ ਰਹੇ ਸੀ ਜੋ ਸਮੀਖਿਆ ਲਈ ਬਣਾਈ ਗਈ ਸੀ। ਬਹੁਤ ਸਾਰੇ ਹਲਕਿਆਂ ਦੇ ਵਿੱਚ ਇਹ ਕਮੇਟੀ ਦੇ ਮੈਂਬਰ ਗਏ, 13 ਮੈਂਬਰੀ ਕਮੇਟੀ ਸੀ, ਔਰ ਜੋ ਸੁਝਾਅ ਨੇ ਉਹ ਅੱਜ ਕੋਰ ਕਮੇਟੀ ਦੇ ਸਾਹਮਣੇ ਇਹ ਰਿਪੋਰਟ ਪਹਿਲਾਂ ਸਬਮਿਟ ਕੀਤੀ ਗਈ ਸੀ, ਜਿਸ ਦੇ ਕਨਵੀਨਰ ਬਲਵਿੰਦਰ ਸਿੰਘ ਭੁੰਦੜ ਸੀ, ਉਹਨਾਂ ਨੂੰ ਸਬਮਿਟ ਕੀਤੀ। ਅੱਜ ਇਸ ਰਿਪੋਰਟ ਤੇ ਮੰਥਨ ਹੋਇਆ ਔਰ ਪੂਰੇ ਸੁਝਾਅ ਜਿਹੜੇ ਹੈਗੇ ਪਾਰਟੀ ਵੱਲੋਂ ਮੰਨ ਲਏ ਗਏ ਨੇ ਔਰ ਜਲਦੀ ਜਿਹੜਾ ਹੈਗਾ ਇਹ ਰਿਪੋਰਟ ਇੰਪਲੀਮੈਂਟ ਹੋਣ ਜਾ ਰਹੀ ਹੈ। ਕੈਮਰਾਮੈਨ ਤੁਲਸੀ ਮੇਰਾ ਦੇ ਨਾਲ ਰਮਨਦੀਪ, PTC ਨਿਊਜ਼, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਅੱਜ ਵੱਡਾ ਦਿਨ ਹੈ, ਜਿਸ ਦਿਨ ਦੀ ਉਡੀਕ ਤਮਾਮ ਵਰਕਰ ਕਰ ਰਹੇ ਸੀ। ਆਖਰਕਾਰ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਅੱਜ ਮੰਨ ਲਿਆ ਗਿਆ ਔਰ ਸਾਰੇ ਸੁਝਾਅ ਜਿਹੜੇ ਹੈਗੇ ਨੇ
ਮੰਨ ਲੈਣ ਦਾ ਜਿਹੜਾ ਹੈਗਾ ਕੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਗਿਆ। ਬਲਵਿੰਦਰ ਸਿੰਘ ਭੁੰਦੜ ਸਾਡੇ ਨਾਲ ਨੇ, ਜਿਨ੍ਹਾਂ ਨੂੰ ਉਹ ਰਿਪੋਰਟ ਸਬਮਿਟ ਕੀਤੀ ਗਈ ਸੀ। 13 ਮੈਂਬਰੀ ਕਮੇਟੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਬਣੀ ਸੀ। ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈਗੀ ਆ ਅੱਗੇ ਜਿਹੜੀ ਕਿ 16 ਮੈਂਬਰੀ ਕਮੇਟੀ ਨੂੰ ਜਿਹੜੇ ਹੈੱਡ ਕਰ ਰਹੇ ਸੀ ਬਲਵਿੰਦਰ ਸਿੰਘ ਭੁੰਦੜ, ਉਹਨਾਂ ਨੂੰ ਸੌਂਪੀ ਆ। ਤਾਂ ਲੰਬੀ ਦੇਰੀ ਵੀ ਹੋਈ ਆ। ਵਰਕਰ ਵੀ ਲਗਾਤਾਰ ਪੁੱਛ ਰਹੇ ਸੀ ਕਿ ਝੁੰਦਾ ਕਮੇਟੀ ਦਾ ਕੀ ਬਣਿਆ, ਉਹ ਸੁਝਾਅ ਕੀ ਬਣੇ, ਦੇਰੀ ਕਿਉਂ ਹੋਈ, ਇੰਪਲੀਮੈਂਟ ਰਿਪੋਰਟ ਕਦੋਂ ਹੋਗੀ, ਕਿਹੜੇ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ। ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਬਲਵਿੰਦਰ ਸਿੰਘ ਭੁੰਦੜ ਨੇ। ਭੁੰਦੜ ਸਾਹਿਬ ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਭੁੰਦੜ ਸਾਹਿਬ, ਦੇਰ ਆਏ ਦਰੁਸਤ ਆਏ, ਦੇਰੀ ਕਿਉਂ ਹੋ ਗਈ ਝੁੰਦਾ ਸਾਹਿਬ ਕਮੇਟੀ ਦੀ ਰਿਪੋਰਟ ਨੂੰ ਜਿਹੜਾ ਹੈਗਾ ਕੋਰ ਕਮੇਟੀ ਦੇ ਵਿੱਚ ਸਮੀਖਿਆ ਕਰਨ ਲਈ? ਇਸ ਕਮੇਟੀ ਦਾ ਅੱਗੇ ਜਿਹੜੀ ਰਿਪੋਰਟ ਪੇਸ਼ ਕਰਨੀ ਸੀ ਉਹਦਾ ਪ੍ਰਧਾਨ ਦੀ ਸੇਵਾ ਮੈਨੂੰ ਦਿੱਤੀ ਗਈ ਸੀ। ਮੈਂ ਉਸ ਵੇਲੇ ਕੈਨੇਡਾ ਸੀ। ਫਿਰ ਆਉਣ ਸਾਰ ਮੇਰਾ ਅੱਖ ਦਾ ਆਪਰੇਸ਼ਨ 2-2.5 ਸਾਲ ਤੋਂ ਪੈਂਡਿੰਗ ਸੀ। ਮੈਂ ਅੱਖ ਦਾ ਆਪਰੇਸ਼ਨ ਕਰਾਇਆ ਦਿੱਲੀ। ਉਹ ਆਪਰੇਸ਼ਨ ਕਰਕੇ ਕੁਝ ਦਿਨ ਮੈਨੂੰ ਕਰਨਾ ਪਿਆ ਰੈਸਟ। ਫਿਰ ਇੱਕਦਮ ਸੰਗਰੂਰ ਦੀ ਬਾਈ ਇਲੈਕਸ਼ਨ ਆ ਗਈ, ਉਹਦੇ 'ਚ ਕੰਮ ਕਰਨਾ ਪਿਆ ਸਾਰਿਆਂ ਨੂੰ। ਉਹਨਾਂ ਕਾਰਨਾਂ ਕਰਕੇ ਲੇਟ ਹੋਈ ਰਿਪੋਰਟ। ਹੁਣ ਜਦੋਂ ਇਹ ਸਾਰਾ ਹੋ ਗਿਆ ਠੀਕ, ਮੇਰੀ ਸਿਹਤ ਵੀ ਠੀਕ ਹੈ, ਤਾਂ ਮੈਂ ਇਹਨਾਂ ਨੂੰ ਬੁਲਾਇਆ। ਮੈਨੂੰ ਇਹਨੇ ਸਾਰੀ ਰਿਪੋਰਟ ਪੜ੍ਹ ਕੇ ਸੁਣਾਈ, ਵਿਚਾਰ ਕੀਤਾ। ਅਸੀਂ ਫਿਰ ਉਸ ਤੋਂ ਬਾਅਦ ਇਹ ਆ ਕੇ ਜਿਹੜੀ ਕੋਰ ਕਮੇਟੀ ਹੈ ਉਹਦੇ 'ਚ ਪੇਸ਼ ਕਰਤੀ ਹੈ। ਔਰ ਪੇਸ਼ ਕਰਨ ਤੋਂ ਬਾਅਦ ਉਹਦੇ ਜੋ ਅੱਛੇ ਸੁਝਾਅ ਆਏ, ਉਹਦੇ 'ਚ ਬਹੁਤ ਅੱਛੇ ਸੁਝਾਅ ਆਏ ਨੇ। ਉਹਦੇ ਜਿਹੜੇ ਕੰਮ ਕੀਤਾ ਪਾਰਟੀ ਨੇ, ਉਹਦੀ ਤਾਰੀਫ ਵਰਕਰਾਂ ਨੇ ਬਹੁਤ ਕੀਤੀ ਹੈ। ਜੋ ਚੰਗੇ ਕੰਮ ਪ੍ਰਕਾਸ਼ ਸਿੰਘ ਬਾਦਲ ਜੀਆਂ ਨੇ, ਸੁਖਬੀਰ ਸਿੰਘ ਬਾਦਲ ਜੀਆਂ ਦੀ ਸਰਕਾਰ ਨੇ ਕੀਤੇ। ਫਿਰ ਜੋ ਕਮੀਆਂ ਰਹੀਆਂ ਕੰਮ ਕਰਦਿਆਂ ਤਾਂ ਉਹ ਵੀ ਨੋਟ ਕੀਤੀਆਂ ਨੇ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਅਸੀਂ ਕਮੀਆਂ ਨੂੰ ਵੀ ਮਨਜ਼ੂਰ ਕਰਦੇ ਹਾਂ, ਅਸੀਂ ਜੋ ਅੱਛੇ ਸੁਝਾਅ ਆ ਉਹਨਾਂ ਨੂੰ ਮਨਜ਼ੂਰ ਕਰਦੇ ਹਾਂ। ਅਸੀਂ ਸਾਰਿਆਂ ਨੂੰ ਮਨਜ਼ੂਰ ਕਰਕੇ ਉਸ ਨੂੰ ਲਾਗੂ ਕਰਨ ਵਾਸਤੇ, ਹੋਰ ਵਿਚਾਰ ਵਟਾਂਦਰਾ ਕਰਨ ਵਾਸਤੇ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਹੈ। ਅਸੀਂ ਜਿਹੜੇ 16 ਜਾਂ 14 ਬੰਦੇ ਆ, ਅਸੀਂ ਨਹੀਂ ਇਕੱਲੇ ਪਾਰਟੀ ਸਮੁੱਚਿਆਂ ਦੀ ਰਾਏ ਨਾਲ ਚੱਲਦੀ ਹੈ। ਜਿਵੇਂ ਹੁਣ ਵਰਕਰਾਂ ਦੀ ਰਾਏ ਲਈ ਗਈ ਹੈ, ਜਿਹੜੀ ਕਿ ਸਭ ਤੋਂ ਵੱਡੀ ਰੀੜ੍ਹ ਦੀ ਹੱਡੀ ਹੈ। ਉਸ ਤੋਂ ਬਾਅਦ ਸਾਡੇ ਕੁਝ ਲੋਕ ਹੁੰਦੇ ਆ ਹਮਦਰਦ, ਜਿਹੜੇ ਸਾਈਲੈਂਟ ਪਾਰਟ ਪਲੇ ਕਰਦੇ, ਇੰਟੈਲੀਜੈਂਸੀ ਆ। ਕੁਝ ਸਾਡੇ ਦੋਸਤ ਹੁੰਦੇ ਨੇ ਜਿਹੜੇ ਐਕਟਿਵ 'ਚ ਨਹੀਂ ਪਲੇ ਕਰਦੇ, ਲੇਕਿਨ ਸਾਡੇ ਹਮਦਰਦ ਹੁੰਦੇ ਆ। ਕੁਝ ਸਾਡੇ ਫੋਰਮ ਵੀ ਹੋਰ ਹੈਗੇ, ਜਿਵੇਂ ਜ਼ਿਲ੍ਹਾ ਜਥੇਬੰਦੀਆਂ ਜਾਂ ਹੋਰ ਹੈਗੇ, ਵਰਕਿੰਗ ਕਮੇਟੀ ਹੈ। ਤਾਂ ਕਿਹਾ ਪ੍ਰਧਾਨ ਸਾਹਿਬ ਨੂੰ ਕਿ ਖੁੱਲ੍ਹਾ ਇਹ 'ਤੇ ਵਿਚਾਰ ਵਟਾਂਦਰਾ ਜਲਦੀ ਤੋਂ ਜਲਦੀ ਕਰਕੇ ਕੋਈ ਹੋਰ। ਆਪਣੀ ਸਿਹਤ ਦਾ ਹਵਾਲਾ ਦਿੱਤਾ। ਜਦੋਂ ਰਿਪੋਰਟ ਇੰਪਲੀਮੈਂਟ ਹੋਊਗੀ, ਪਾਰਟੀ ਦੀ ਸਿਹਤ ਠੀਕ ਹੋਏਗੀ? ਬਿਲਕੁਲ ਪਾਰਟੀ ਦੀ ਸਿਹਤ ਹਮੇਸ਼ਾ ਠੀਕ ਰਹੂ। ਭਾਵੇਂ ਮੁਗਲਾਂ ਨੇ ਜ਼ੁਲਮ ਕੀਤਾ, ਭਾਵੇਂ ਅੰਗਰੇਜ਼ ਨੇ ਕੀਤਾ, ਭਾਵੇਂ ਕਾਂਗਰਸ ਨੇ ਕੀਤਾ, ਕਿਤੇ ਵੀ ਪਾਰਟੀ ਨੇ ਨਹੀਂ, ਹਮੇਸ਼ਾ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਪਾਰਟੀ ਚੜ੍ਹਦੀ ਕਲਾ 'ਚ ਰਹੀ ਹੈ। ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ, ਵਾਰ-ਵਾਰ ਇੱਕ ਜ਼ਿਕਰ ਕੀਤਾ ਕਿ ਇੱਕ ਸਾਜ਼ਿਸ਼, ਗਿਣੀ ਮਿਨੀ ਸਾਜ਼ਿਸ਼ ਸੀ, ਸਾਜ਼ਿਸ਼ ਤਹਿਤ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ। ਵਰਕਰਾਂ ਦੇ ਵਿੱਚ ਗਏ ਹੋ, ਰਿਪੋਰਟ ਤੁਸੀਂ ਪੜ੍ਹ ਲਈ ਹੋਵੇਗੀ ਝੁੰਦਾ ਕਮੇਟੀ ਦੀ। ਵਰਕਰਾਂ ਨੇ ਉਹ ਸਾਜ਼ਿਸ਼ ਨੂੰ ਲੈ ਕੇ ਕੀ ਬੋਲੇ, ਕਿਹੜੀ ਸਾਜ਼ਿਸ਼ ਸੀ ਜਿਸ ਨੂੰ ਲੈ ਕੇ ਅਕਾਲੀ ਦਲ ਨੂੰ ਵੱਡਾ ਨੁਕਸਾਨ ਝੱਲਣਾ ਪਿਆ? ਪਿਛਲੇ ਸਾਲ ਵੀ ਸੱਤਾ ਤੋਂ ਬਾਹਰ ਹੀ 5 ਸਾਲ, ਤੇ ਹੁਣ ਅਗਲੇ ਜਿਹੜੇ 5 ਸਾਲ ਉਹ ਵੀ ਸੱਤਾ ਤੋਂ ਬਾਹਰ ਰਹਿਣ ਵਾਲੀ ਹੈ। ਮੈਂ ਬਜਾਏ ਇਹਦੇ ਕਿਹੜੀ ਸਾਜ਼ਿਸ਼ ਹੈ, ਮੈਂ ਤੁਹਾਡੇ ਤੇ ਸਵਾਲ ਕਰਦਾ ਕਿ ਜੋ ਸਾਡੇ ਤੇ ਦੋਸ਼ ਲਾਉਂਦੇ ਸੀ, ਕਾਂਗਰਸ 5 ਸਾਲ ਰਾਜ ਕਰ ਗਈ, 4 ਮਹੀਨੇ ਇਹਨਾਂ ਨੂੰ ਹੋ ਗਿਆ, ਕੋਈ ਇੱਕ ਦੋਸ਼ ਸਾਬਤ ਕਰ ਸਕੇ? ਜੋ ਕਮੀਆਂ ਕਹਿੰਦੇ ਸੀ, ਕੋਈ ਇੱਕ ਕਮੀ ਸਾਥੋਂ ਚੰਗੀ ਕਰਕੇ ਹੱਲ ਕਰਕੇ ਦਿਖਾ ਸਕਣਗੇ? ਕੋਈ ਸਭ ਕੂੜ ਪ੍ਰਚਾਰ, ਕਿਉਂਕਿ ਅਸੀਂ ਇੱਕ ਰੀਜਨਲ ਪਾਰਟੀ ਹਾਂ, ਅਸੀਂ ਘੱਟ ਗਿਣਤੀ ਦੀ ਪਾਰਟੀ ਹਾਂ। ਸਾਡਾ ਹਮੇਸ਼ਾ ਹੀ ਜਿਹੜਾ ਦਿੱਲੀ ਤੇ ਬੈਠਦਾ ਰਿਹਾ ਤਖਤ ਤੇ, ਭਾਵੇਂ ਸਾਥੋਂ ਪਹਿਲਾਂ ਸਪੋਰਟ ਲੈਂਦਾ ਰਿਹਾ, ਲੇਕਿਨ ਹਮੇਸ਼ਾ ਜਦੋਂ ਦਿੱਲੀ ਤੇ ਆ ਜਾਂਦਾ ਤਖਤ ਤੇ, ਸਾਡਾ ਉਹ ਵਿਰੋਧੀ ਬਣ ਜਾਂਦਾ, ਕਿਉਂਕਿ ਸਾਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਦੇਖਿਆ। ਸਾਡੇ ਗੁਰੂ ਤਾਂ ਧਾਰਮਿਕ ਸੀ, ਮਾਂਸ ਕੀ ਜਾਤ ਸਭ ਇੱਕ ਹੈ, ਪਹਿਚਾਨ ਬੁੱਧ ਹਾਮੀ ਸੀ। ਸਭ ਧਰਮਾਂ ਦੀ ਕਦਰ ਕਰਦੇ ਸੀ, ਲੇਕਿਨ ਕਹਿੰਦੇ ਸੀ ਪਰਮਾਤਮਾ ਇੱਕ ਹੈ, ਹਰ ਇਨਸਾਨ 'ਚ ਵੱਸਦਾ। ਜੇ ਇਹ ਕਹਿੰਦਿਆਂ ਨੂੰ ਵੀ ਫਾਂਸੀ ਚਾੜਿਆ ਗਿਆ, ਸਾਰੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਤੇ ਗਏ, ਅਸੀਂ ਕਿਹੜੇ ਬਾਗ ਦੀ ਮੂਲੀਆਂ? ਸਾਨੂੰ ਤਾਂ ਦੁਸ਼ਮਣ ਮੰਨਦੇ ਹੀ ਮੰਨਦੇ, ਸਾਡੇ ਗੁਰੂਆਂ ਨੂੰ ਵੀ ਮੰਨਦੇ ਰਹੇ। ਇਸ ਕਰਕੇ ਇਹ ਹਮੇਸ਼ਾ ਸਾਨੂੰ ਸ਼ੱਕ ਦੀ ਨਿਗਾਹ ਨਾਲ, ਘੱਟ ਗਿਣਤੀ ਕੌਮ ਆ ਅਸੀਂ, ਜਿਹੜੀ ਗੁਰੂਆਂ ਨੇ ਕਿਰਪਾ ਕਰਕੇ ਬਹਾਦਰ ਕੌਮ ਪੈਦਾ ਕੀਤੀ, ਆਪਦਾ ਸਿਰ ਤੇ ਹੱਥ ਰੱਖ ਕੇ, ਉਹ ਸਾਨੂੰ ਮਲੀਆਮੇਟ ਕਰਨਾ ਚਾਹੁੰਦਾ, ਜਿਹੜਾ ਨਹੀਂ ਹੋ ਸਕਣਾ। ਇਹਨਾਂ ਨੇ ਕਿੰਨੇ ਜ਼ੋਰ ਕਰ ਲਾ ਲੈਣਾ। ਤੁਸੀਂ ਇੱਕ ਨਾਅਰਾ ਦਿੱਤਾ ਸੀ, ਰਾਜ ਨਹੀਂ ਸੇਵਾ, ਲੋਕਾਂ ਨੇ ਤੁਹਾਨੂੰ ਸੇਵਾ ਦਾ ਮੌਕਾ ਵੀ ਦਿੱਤਾ। ਵੱਡੀ ਇੱਕ ਤਰਾਸਦੀ ਤੁਹਾਡੇ ਸਮੇਂ ਵਾਪਰੀ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ, 2015 ਦਾ ਜ਼ਿਕਰ ਕਰ ਰਿਹਾ ਮੈਂ, ਬੇਅਦਬੀ ਦਾ ਜ਼ਿਕਰ ਕਰ ਰਿਹਾ, ਜਦੋਂ ਪਿੰਡ ਬੁਰਜ ਜਵਾਹਰ ਸਿੰਘਲ ਤੋਂ ਗੁਰੂ ਮਹਾਰਾਜ ਦੀ ਜਿਹੜੀ ਬੀੜ ਚੋਰੀ ਕੀਤੀ ਜਾਂਦੀ। ਇਸ ਤੋਂ ਬਾਅਦ ਪਿੰਡ ਬਰਗਾੜੀ ਦੇ ਵਿੱਚ ਸਤੰਬਰ ਦੇ ਮਹੀਨੇ ਜਿਹੜਾ ਹੈਗਾ ਉਹ ਉਹਨਾਂ ਦੇ ਅੰਗ ਜਿਹੜੇ ਹੈਗੇ ਉਹ ਖਿਲਾਰੇ ਜਾਂਦੇ ਨੇ, ਉਹਨਾਂ ਅੰਗਾਂ ਦੀ ਬੇਅਦਬੀ ਕੀਤੀ ਜਾਂਦੀ ਆ। ਉਸ ਬੇਅਦਬੀ ਦਾ ਨੁਕਸਾਨ ਅਕਾਲੀ ਦਲ ਨੂੰ ਝੱਲਣਾ ਪਿਆ। ਅਕਾਲੀ ਦਲ ਮੰਨਦਾ ਨਹੀਂ ਕਿ ਅਕਾਲੀ ਦਲ ਨੂੰ ਜੋ ਕੰਮ ਕਰਨਾ ਚਾਹੀਦਾ ਸੀ, ਤੁਸੀਂ 1.5 ਸਾਲ ਇਸ ਤੋਂ ਬਾਅਦ ਸੱਤਾ ਦੇ ਵਿੱਚ ਰਹੇ, ਜੋ ਮੈਂ ਝੁੰਦਾ ਸਾਹਿਬ ਨੂੰ ਵੀ ਸਵਾਲ ਕੀਤਾ ਸੀ,
1.5 ਸਾਲ ਦੇ ਵਿੱਚ ਇਨਸਾਫ ਨਹੀਂ ਦਿਵਾ ਪਾਇਆ ਅਕਾਲੀ ਦਲ, ਇਹ ਕਮਜ਼ੋਰੀ ਰਹੀ ਜਾਂ ਇਹ ਕਮਜ਼ੋਰੀ ਕਿ ਪੰਥਕ ਪਾਰਟੀ ਦੀ ਸਰਕਾਰ ਹੋਵੇ ਤੇ ਬੇਅਦਬੀ ਹੋ ਜਾਵੇ? ਦੋਵਾਂ ਕਾਰਨ ਕਿਹੜਾ ਮੰਨਦੇ ਹੋ ਕਿ ਕਿਹੜਾ ਵੱਡਾ ਕਾਰਨ ਹੈ ਜਿਹਦੇ ਨਾਲ ਅਕਾਲੀ ਦਲ ਨੂੰ ਪੰਥਕ ਹਲਕਿਆਂ ਦੇ ਵਿੱਚ ਨਮੋਚੀ ਦਾ ਸਾਹਮਣਾ ਕਰਨਾ ਪਿਆ? ਪਹਿਲੀ ਗੱਲ ਤਾਂ ਹੈ ਕਿ ਜੋ ਉਸ ਸਮੇਂ ਤੇ ਇਹ ਘਟਨਾ ਹੋਈ ਉਹਦਾ ਸਾਨੂੰ ਬਹੁਤ ਵੱਡਾ ਦੁੱਖ ਹੈ। ਉਹ ਕਦੇ ਅਸੀਂ ਆਪਦੇ ਮਨ ਤੋਂ ਉਸ ਦੁੱਖ ਨੂੰ ਭੁੱਲ ਨਹੀਂ ਸਕਦੇ ਕਿ ਨਹੀਂ ਹੋਣਾ ਚਾਹੀਦਾ ਸੀ ਉਸ ਵੇਲੇ। ਨੰਬਰ 2, ਇਸੇ ਕਰਕੇ ਅਸੀਂ ਜਾ ਕੇ ਉੱਥੇ ਗੁਰੂ ਦੇ ਚਰਨਾਂ 'ਚ ਗਏ ਕਿ ਗੁਰੂ, ਅਸੀਂ ਕੋਈ ਜਾਣੇ 'ਚ ਗੁਨਾਹ ਨਹੀਂ ਕੀਤਾ, ਲੇਕਿਨ ਜਾਣੇ 'ਚ ਸਾਡੇ ਵੇਲੇ ਕਮੀ ਪੈ ਗਈ, ਅਸੀਂ ਉਸ ਕਮੀ ਵਾਸਤੇ ਤੁਹਾਡੇ ਚਰਨਾਂ 'ਚ ਆਏ ਹਾਂ, ਸਾਨੂੰ ਬਖਸ਼ ਤੇ ਕੌਮ ਚੜ੍ਹਦੀ ਕਲਾ ਜਾਵੇ। ਨੰਬਰ 2, ਜਿਹੜਾ ਸਾਥੋਂ ਉਸ ਦਾ ਹੱਲ ਨਹੀਂ ਹੋਇਆ, ਉਹ ਸਾਰੇ 15 ਦਿਨਾਂ 'ਚ 20 ਦਿਨਾਂ ਦੇ ਅੰਦਰ ਕਾਂਗਰਸ ਪਾਰਟੀ, ਆਪ ਪਾਰਟੀ ਔਰ ਉਹ ਪਰਿਵਾਰ ਲਿਖ ਕੇ ਦੇ ਕੇ ਗਿਆ ਕਿ ਇਨਕੁਆਰੀ CBI ਨੂੰ ਦਿਓ, ਸਾਨੂੰ ਸੂਬੇ ਤੇ ਇਖਤਿਆਰ ਨਹੀਂ। ਸਾਡੇ ਕੋਲ ਇੱਕੋ ਇਨਕੁਆਰੀ ਸੀ, ਉਹਦੀ ਸਜ਼ਾ ਦੇਈ ਬੈਠਿਆ, ਅਸੀਂ 20 ਦਿਨਾਂ ਚਲਾਨ ਪੇਸ਼ ਕਰਤਾ, ਲੇਕਿਨ ਇਹ ਸਾਥੋਂ ਲੈ ਕੇ CBI ਨੂੰ ਦੇਤੀ। CBI ਨੂੰ ਦੇ ਕੇ CBI ਤੋਂ ਵਾਪਸ ਲੈ ਲਈ ਬੰਦਰ ਨੇ। ਹੁਣ 5 ਸਾਲ ਹੋ ਗਏ ਉਹਨਾਂ ਨੂੰ ਲਈ ਫਿਰਦਿਆਂ ਨੂੰ, ਪੋਲੀਟੀਕਲ ਬਣਾ ਲਈ। ਇਸ ਕਰਕੇ ਜੇ ਕਿਤੇ ਉਹ ਸਾਡੇ ਕੋਲ ਰਹਿ ਜਾਂਦੀ, ਅਸੀਂ ਉਸੇ ਵੇਲੇ ਉਹਨੂੰ ਤੇ 1.5 ਸਾਲ ਕਿਸ ਤੇ 1 ਮਹੀਨੇ 'ਚ ਹੱਲ ਕਰਕੇ ਤੋਰਦੇ। ਉਹ ਇਹਨਾਂ ਨੇ ਲਿਖਤੀ ਸਬੂਤ ਨੇ, ਉਹ ਤਾਂ ਮੇਰੇ ਕਹਿਣ ਦੀ ਲਿਖਤੀ ਸਬੂਤ ਕੱਢ ਲਓ ਕਿ ਗਏ, ਇਹ ਗਵਰਨਰ ਦੇ ਪੇਸ਼ ਹੋਏ, ਕੋਈ ਜਾ ਕੇ ਦਿੱਲੀ ਪੇਸ਼ ਹੋਇਆ, ਰਾਸ਼ਟਰਪਤੀ ਦੇ ਪਰਿਵਾਰ ਨੇ ਲਿਖ ਕੇ ਦਿੱਤਾ ਕਿ ਅਸੀਂ ਕਹਿੰਦੇ ਹਾਂ ਕਿ ਦਿਓ CBI ਰਿਪੋਰਟ, ਸਾਰੇ ਤਾਂ ਰਿਕਾਰਡ 'ਚ ਮੌਜੂਦ ਹੈ। ਇਸ ਕਰਕੇ ਉਹ ਜਿਹੜੀ ਹੈਗਾ ਉਹ ਇਹਨਾਂ ਦੀ ਇੱਕ ਪੋਲੀਟੀਕਲ ਸਾਜ਼ਿਸ਼ ਦੇ ਤਹਿਤ ਉਹਦਾ ਹੱਲ ਨਹੀਂ ਹੋਇਆ ਤੇ ਅੱਜ ਉਸ ਤੋਂ ਬਾਅਦ ਲਗਾਤਾਰ ਤਾਂ ਹੀ ਘਟਨਾਵਾਂ ਵਾਪਰ ਰਹੀਆਂ ਨੇ ਤੇ ਕਿੰਨੀਆਂ ਵਾਪਰ ਗਈਆਂ। ਇਹ ਜਿਹੜੇ ਲੋਕ ਸਾਡੇ ਤੇ ਸਵਾਲ ਕਰਦੇ ਨੇ, ਆਹ 200 ਘਟਨਾਵਾਂ ਦਾ ਕਿਉਂ ਨਹੀਂ ਲੈਂਦੇ? ਹਰਮੰਦਰ ਸਾਹਿਬ 'ਚ ਗੁਰੀਲਾ ਹਮਲਾ ਹੋਇਆ 4 ਮਹੀਨੇ ਪਹਿਲਾਂ, ਬੰਦਾ ਅੰਦਰ ਗਿਆ, ਕਿਉਂ ਨਹੀਂ ਲੈਂਦੇ? ਕੇਸਗੜ੍ਹ ਸਾਹਿਬ ਤੇ ਹੋਇਆ, ਇਹ ਤਾਂ ਤਖਤਾਂ ਦੇ ਨੇ। ਤਰਨਤਾਰਨ ਸਾਹਿਬ ਹੋਇਆ, ਹੋਰ ਅਨੇਕਾਂ ਹੋਏ, ਇਹਨਾਂ ਦੇ ਕਿਉਂ ਲੈਂਦੇ? ਆ ਕਲਿਆਣ 'ਚ ਗੁਰੂ ਗ੍ਰੰਥ ਸਾਹਿਬ ਨੂੰ ਗੁੰਮ ਹੋਏ ਨੂੰ ਕਿੰਨਾ ਚਿਰ ਹੋ ਗਿਆ, ਔਰ ਬੜਾ ਇਤਿਹਾਸਕ ਗੁਰੂ ਗ੍ਰੰਥ ਸਾਹਿਬ ਸੀ ਪੁਰਾਣੀ, ਉਸ ਦਾ ਕਿਉਂ ਨਹੀਂ ਹੱਲ ਹੋਇਆ? ਚੁੱਪਨ ਲੋਕ ਕਿਉਂ ਨਹੀਂ ਬੋਲਦੇ? ਇਸ ਕਰਕੇ ਸਾਰੀਆਂ ਸਾਜ਼ਿਸ਼ਾਂ ਨੇ ਜਿਨ੍ਹਾਂ ਤੇ ਸਾਨੂੰ ਬਦਨਾਮ ਕਰਦੇ। ਪੰਥਕ ਹਲਕਿਆਂ ਵਿੱਚ ਤੁਹਾਨੂੰ ਦੋਸ਼ੀ ਕਿਉਂ ਮੰਨਿਆ ਗਿਆ ਫਿਰ ਜੀ? ਸਾਨੂੰ ਥੋੜਾ ਜਿਹਾ ਪੰਥਕ ਤਾਂ ਕਹਿੰਦੇ ਨੇ ਕਿ ਅਸੀਂ ਗੁਰੂ ਤੋਂ ਡਰਦੇ ਹਾਂ, ਅਸੀਂ ਗੁਰੂ ਦੇ ਅੱਗੇ ਹਰ ਵੇਲੇ ਸੀਸ ਨਵਾਉਂਦੇ ਹਾਂ। ਇਹ ਲੋਕ ਤਾਂ ਗੁਰੂ ਨੂੰ ਟਿੱਚ ਮੰਨਦੇ ਨੇ, ਤਾਂ ਮੰਨਦੇ ਹੀ ਨਹੀਂ ਗੁਰੂ ਨੂੰ। ਇਹ ਜਿਨ੍ਹਾਂ ਨੇ ਬਲੂ ਸਟਾਰ ਕਰਤਾ ਉਹ ਗੁਰੂ ਨੂੰ ਮੰਨਦੇ ਨੇ। ਤੇ ਜਿਹੜੇ ਸਾਡੇ ਤੇ ਸਵਾਲ ਕਰਦੇ ਉਹਨੂੰ ਮੈਂ ਪੁੱਛਦਾ ਕਿ ਸਵਾਲ ਕਰਨ ਵਾਲਿਓ ਫਿਰ ਤੁਸੀਂ ਹੁਣ ਕਿੱਧਰ ਗਏ? ਹੁਣ ਕਿਉਂ ਨਹੀਂ ਬੋਲਦੇ ਜਦੋਂ ਆ ਗਰੀਲਾ ਹਮਲਾ ਹੋਇਆ? ਹੁਣ ਕਿਉਂ ਨਹੀਂ ਬੋਲਦੇ ਜਦੋਂ ਆ ਇੰਨੇ ਥਾਂ ਤੇ ਤਖਤਾਂ ਤੇ ਬੇਇੱਜ਼ਤੀ ਹੋਈ ਹੈ? ਕਿੰਨੀਆਂ ਘਟਨਾਵਾਂ ਹੋ ਗਈਆਂ, ਕਿਉਂ ਨਹੀਂ ਬੋਲਦੇ? ਚੁੱਪ ਨਾ। ਐਡੀ ਸੀਨੀਅਰ ਲੀਡਰਸ਼ਿਪ ਸੀ ਅਕਾਲੀ ਦਲ ਕੋਲੇ, 100 ਸਾਲ ਦਾ ਮਾਣ ਮੱਤਾ ਇਤਿਹਾਸ ਜਿਹੜਾ ਤੁਸੀਂ ਅਕਸਰ ਸਟੇਜਾਂ ਤੋਂ ਜ਼ਿਕਰ ਕਰਦੇ ਹੋ, ਅਕਾਲੀ ਦਲ ਦੀਆਂ ਕੁਰਬਾਨੀਆਂ ਦਾ, ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਹੁਣ ਤੱਕ ਅਕਾਲੀ ਦਲ ਦੀ ਅਗਵਾਈ ਕਰਦੀ ਰਹੀ ਆ, ਤੁਸੀਂ ਹਾਜ਼ਰ ਸੀ ਉਸ ਕਮੇਟੀ, ਬੜੇ ਸੀਨੀਅਰ, ਤੁਹਾਡਾ ਬੜਾ ਵੱਡਾ ਤਜਰਬਾ ਹੈਗਾ। ਬਲਵਿੰਦਰ ਸਿੰਘ ਤੁਹਾਡਾ ਤਜਰਬਾ ਹੈਗਾ, ਜਥੇਦਾਰ ਤੋਤਾ ਸਿੰਘ ਸਵਰਗਵਾਸ ਉਹ ਉਸ ਸਮੇਂ ਹਾਜ਼ਰ ਸੀ, ਡਾਕਟਰ ਚੀਮਾ ਹਾਜ਼ਰ ਸੀ, ਜਿਹੜੇ ਪ੍ਰੋਫੈਸਰ ਚੰਦੂ ਮਾਜਰਾ ਹੁਣ ਖੁਦ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੂਰਾ ਚੌੜਾ ਤਜਰਬਾ, ਲੰਬਾ ਚੌੜਾ ਤਜਰਬਾ ਤੁਹਾਡੇ ਕੋਲ। ਇਸ ਦੇ ਬਾਵਜੂਦ ਅਕਾਲੀ ਦਲ ਜਵਾਬ ਨਹੀਂ ਦੇ ਪਾਇਆ। ਕਮੀ ਸੀ ਫੈਸਲਾ ਲੈਣ ਦੇ ਵਿੱਚ, ਮੰਥਨ ਕਰਨ ਦੇ ਵਿੱਚ, ਫੈਸਲਾ ਨਹੀਂ ਹੋ ਪਾਇਆ, ਦੇਰੀ ਹੋਈ ਫੈਸਲੇ ਦੇ ਵਿੱਚ, ਨੁਕਸਾਨ ਝੱਲਿਆ ਅਕਾਲੀ ਦਲ ਨੇ। ਸਾਡੀ ਕੋਈ ਕਮੀ ਨਹੀਂ ਸੀ। ਸਵਾਲ ਤਾਂ ਹੈ ਕਿ ਸਾਡੇ ਦੁਸ਼ਮਣ ਹੀ ਇੰਨੇ ਜ਼ਿਆਦਾ ਨੇ। ਜੇ 100 ਬੰਦਾ ਇੱਕ ਸਾਧ ਨੂੰ ਚੋਰ ਕਹਿ ਦੇ ਤੇ ਉਹਨੂੰ ਚੋਰ ਬਣਾ ਦਿੰਦੇ ਨੇ। ਉਹ ਇੱਕ ਪਾਸੇ 100 ਆ, ਇੱਕ ਪਾਸੇ ਅਸੀਂ ਇਕੱਲੇ ਆ। ਲੇਕਿਨ ਜਿਵੇਂ ਕਿਸੇ ਵੇਲੇ ਜ਼ਕਰੀਆ ਖਾਨ ਨੇ ਕਿਹਾ ਸੀ ਕਿ ਮੈਂ ਸਿੱਖ ਖਤਮ ਕਰਤੇ, 10 ਰੁਪਏ ਸਿਰ ਦਾ ਮੁੱਲ ਪਾਇਆ, ਜਿਹੜਾ ਉਸ ਵੇਲੇ ਦਾ 10 ਅੱਜ 10 ਲੱਖ ਵਰਗਾ ਸੀ। ਤੇ ਉਸ ਵੇਲੇ ਵੀ ਭਾਈ ਬੋਤਾ ਸੋਰੀ ਜਿੰਦੇ ਸੀ, ਗਰਜਾ ਸੋਰੀ ਜਿੰਦਾ ਸੀ। ਅੱਜ ਵੀ ਗੁਰੂ ਦੇ ਸਿੱਖ ਹੈਗੇ ਇਹਨਾਂ ਦੇ ਕੂੜ ਪ੍ਰਚਾਰ ਦਾ ਮੁਕਾਬਲਾ ਕਰਕੇ ਪੰਥ ਚੜ੍ਹਦੀ ਕਲਾ ਜੀ, ਫਿਕਰ ਨਾ ਕਰੋ ਕਿੰਨਾ ਕੂੜ ਪ੍ਰਚਾਰ ਕਰ ਲੈਣ। ਪੁਰਾ ਸਾਹਿਬ ਕਮੇਟੀ ਰਿਪੋਰਟ ਤੁਸੀਂ ਦੇਖੀ ਹੋਣੀ ਆ, ਵਾਚ ਵੀ ਲਈ, ਤੁਸੀਂ ਜ਼ਿਕਰ ਕੀਤਾ ਕਿ ਇਕੱਲੇ ਬਿੰਦੂ ਤੇ ਗੱਲਬਾਤ ਹੋਈ ਆ। ਸੁਝਾਅ ਕਿਹੜੇ ਨੇ ਪਾਰਟੀ ਜਿਹੜੇ ਤੁਹਾਡੇ ਮੈਂਬਰੀ ਕਵਾਂਗੇ ਇਸ ਤਰ੍ਹਾਂ, ਕਿਉਂਕਿ ਤੁਸੀਂ ਪਾਰਟੀ ਨੂੰ ਇੱਕ ਪਰਿਵਾਰ ਮੰਨਦੇ ਹੋ, ਪਰਿਵਾਰ ਦੇ ਮੈਂਬਰਾਂ ਦੇ ਸੁਝਾਅ ਵੀ ਆਏ ਹੋਣਗੇ, ਕਿਹੜਾ ਵੱਡਾ ਸੁਝਾਅ ਲੱਗਦਾ ਕਿ ਜਿਹਦੇ ਨਾਲ ਬਹੁਤ ਵੱਡੀ ਬਦਲਾਅ, ਬਹੁਤ ਵੱਡੀ ਕ੍ਰਾਂਤੀ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ? ਸਾਰੇ ਸੁਝਾਅ ਅੱਛੇ ਤੋਂ ਅੱਛੇ ਆਏ ਨੇ, ਕੋਈ ਇੱਕ ਸੁਝਾਅ ਨਹੀਂ, ਉਹ 'ਚ 42 ਸੁਝਾਅ ਹੈ ਜਿਹੜੇ ਸਾਰੇ ਹੀ ਅਸੀਂ ਮੰਨ ਲਏ ਨੇ। ਇਸ ਕਰਕੇ ਉਹ ਜਦੋਂ ਸਾਰੀ ਅਸੀਂ ਰਿਪੋਰਟ ਇੰਪਲੀਮੈਂਟ ਕਰਾਂਗੇ ਉਦੋਂ ਜਨਤਕ ਕਰ ਦਿਆਂਗੇ। ਪੁੰਦਰ ਸਾਹਿਬ ਕੋਈ ਤਬਦੀਲੀ ਵੇਖਣ ਨੂੰ ਮਿਲੂਗੀ ਲੀਡਰਸ਼ਿਪ ਦੇ ਵਿੱਚ? ਜ਼ਰੂਰ ਮਿਲੇਗੀ। ਨਹੀਂ, ਲੀਡਰਸ਼ਿਪ ਦਾ ਮਤਲਬ ਇਹ ਨਹੀਂ, ਪ੍ਰਧਾਨ ਜਿਹੜਾ ਪਾਰਟੀ ਦਾ ਸੈਟਅਪ ਹੈ ਉਹਦੇ ਜ਼ਰੂਰ ਹੋਏਗੀ। ਜਿਹੜਾ ਸੰਗਠਨ ਤੁਹਾਡਾ ਹੈਗਾ ਉਹ ਜ਼ਿਲ੍ਹਾ ਲੈਵਲ ਤੇ ਹੋਵੇਗਾ, ਬਲਾਕ ਲੈਵਲ ਤੇ ਹੋਵੇਗਾ, ਜਿਹੜਾ ਹੈਗਾ ਤੁਹਾਡਾ ਸੰਗਠਨ ਪਾਰਟੀ ਪ੍ਰਧਾਨ ਨੂੰ ਜਿਵੇਂ ਅੱਜ ਅਸੀਂ ਇਖਤਿਆਰ ਕੀਤੇ ਨੇ ਇੰਪਲੀਮੈਂਟ ਕਰਨ ਦੇ, ਉਹ ਜਦੋਂ ਸਾਰੇ ਸੁਝਾਅ ਆ ਜਾਣਗੇ ਉਦੋਂ ਇਖਤਿਆਰ ਦੇਵਾਂਗੇ। ਫਿਰ ਉਹ ਪਾਰਟੀ ਪ੍ਰਧਾਨ ਜੋ ਸੁਝਾਅ ਨੇ ਉਹਨਾਂ ਨੂੰ ਇੰਪਲੀਮੈਂਟ ਕਰੇਗਾ, ਜਿਹ 'ਚ ਸਾਰੀਆਂ ਗੱਲਾਂ ਕੋਈ ਵੀ ਹੋ ਸਕਦੀਆਂ ਨੇ।
ਭੁੰਦਰ ਸਾਹਿਬ ਇੱਕ ਲਗਾਤਾਰ ਤੁਸੀਂ ਵੀ ਵਰਕਰਾਂ ਦੇ ਵਿੱਚ ਗਏ, ਯੂਥ ਦੀ ਕਮੀ ਅਕਾਲੀ ਦਲ ਨੂੰ ਪਿਛਲੀ ਚੋਣਾਂ ਦੇ ਵਿੱਚ ਵੀ ਖਣੀ, 2017 ਦੇ ਵਿੱਚ, 2022 ਦੇ ਵਿੱਚ ਵੀ ਯੂਥ ਅਕਾਲੀ ਦਲ ਤੋਂ ਕਿਉਂ ਦੂਰ ਚਲਾ ਗਿਆ? ਤੁਸੀਂ ਤਾਂ ਕਿਹਾ ਬਹੁਤ ਵੱਡਾ ਵਿਕਾਸ ਕੀਤਾ, ਆਈਟੀ ਇੱਥੇ ਆਈ, ਆਈਟੀ ਇੰਡਸਟਰੀ ਆਈ ਇੱਥੇ, ਮੈਡੀਕਲ ਇੰਡਸਟਰੀ ਆਈ ਇੱਥੇ, ਵੱਡਾ ਸੈਟਅਪ ਜਿਹੜਾ ਹੈਗਾ ਉਹ ਲਗਾਇਆ ਗਿਆ ਪੰਜਾਬ ਦੇ ਵਿੱਚ, ਯੂਥ ਨੂੰ ਬਹੁਤ ਵੱਡਾ ਰੁਜ਼ਗਾਰ ਦਿੱਤਾ। ਪਰ ਯੂਥ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਦੂਜਿਆਂ ਦੇ ਤੁਸੀਂ ਕਹਿ ਰਹੇ ਦੂਜੇ ਨੂੰ ਝੂਠ ਬੋਲੇ, ਉਹਨਾਂ ਦਾ ਝੂਠ ਤੇ ਵਿਸ਼ਵਾਸ ਕਰ ਗਿਆ, ਤੁਹਾਡੇ ਸੱਚ ਤੇ ਵਿਸ਼ਵਾਸ ਨਹੀਂ ਕੀਤਾ। ਗੁਟਕਾ ਲੈ ਕੇ ਸਾਰਾ ਬੰਦੇ ਨੇ ਕਿਹਾ ਕਿ ਮੈਂ ਹਰ ਘਰ 'ਚ ਇੱਕ ਨੌਕਰੀ ਦੇਵਾਂ। ਇਹਨੇ ਕਿਹਾ ਮੈਂ ਕਿ ਹਰ ਇੱਕ 18 ਸਾਲ ਦੀ ਕੁੜੀ ਤੋਂ 90 ਸਾਲ ਦੀ ਬੁੜੀ ਤੱਕ 1000 ਰੁਪਇਆ ਦੇਵਾਂ ਮਹੀਨੇ ਤੇ। ਉਹਨੇ ਵੀ ਗੁਟਕਾ ਸਾਹਿਬ ਲੈ ਕੇ ਕਿਹਾ, ਇਹਨੇ ਵੀ ਕਿਹਾ ਮੈਂ ਗਰੰਟੀ ਦਿੰਦਾ। ਤੇ ਜਿਹਨੇ ਆਪਦੇ ਪੁੱਤ ਤੇ ਧੀ ਦੇ ਸਿਰ ਤੇ ਹੱਥ ਰੱਖਿਆ ਸੀ, ਮੈਂ ਸ਼ੀਲਾ ਦੀਕਸ਼ਿਤ ਨਾਲ ਕਦੇ ਸੁਲ੍ਹਾ ਨਹੀਂ ਕਰਾਂਗਾ, ਉਹਦਾ ਅੰਦਰ ਦੇ ਦੇਵਾਂਗਾ, ਸੁਲ੍ਹਾ ਕਰ ਲਈ। ਇਵੇਂ ਇੱਕ ਜਿਹੜੇ ਐਡੇ ਐਡੇ ਝੂਠ ਬੋਲਦੇ ਨੇ, ਉਹ ਨੌਜਵਾਨ ਬੱਚੇ ਨੇ ਭੋਲੇ, ਕਿਉਂਕਿ ਪੰਜਾਬ ਦੇ ਹਾਲਾਤ ਦਿੱਲੀ ਨੇ ਇੰਨੇ ਮਾੜੇ ਕਰਤੇ, ਬੇਰੁਜ਼ਗਾਰੀ ਵਧੀ ਹੈ, ਉਹਨਾਂ ਕਾਰਨਾਂ ਕਰਕੇ ਬੱਚੇ ਭੋਲੇ ਨੇ, ਉਹਨਾਂ ਦੇ ਉਸ ਝੂਠ ਦੇ ਜਾਲ 'ਚ ਆ ਗਏ ਨੇ। ਭੁੰਦਰ ਸਾਹਿਬ, ਅਕਾਲੀ ਦਲ ਦੇ ਦੋ ਵੱਡੇ ਵੋਟ ਬੈਂਕ ਨੇ, ਪੰਥਕ ਹਲਕੇ ਔਰ ਕਿਸਾਨੀ ਹਲਕੇ, ਜਿਨ੍ਹਾਂ ਦੇ ਵਿੱਚ ਅਕਾਲੀ ਦਲ ਹਮੇਸ਼ਾ ਮਜ਼ਬੂਤੀ ਨਾਲ ਉੱਭਰਦਾ। ਪੰਥਕ ਹਲਕੇ ਦੇ ਵਿੱਚ ਬੇਅਦਬੀ ਕਰਕੇ ਤੁਹਾਨੂੰ ਨੁਕਸਾਨ ਝੱਲਣਾ ਪਿਆ, ਐਜੀਟੇਸ਼ਨ, ਫਾਰਮਰ ਐਜੀਟੇਸ਼ਨ ਬਹੁਤ ਵੱਡੀ ਦਿੱਲੀ ਦੇ ਵਿੱਚ, ਉਹਦੇ ਕਰਕੇ ਤੁਹਾਡਾ ਨੁਕਸਾਨ ਝੱਲਣਾ ਪਿਆ। ਫੈਸਲਾ ਲੈਣ ਦੇ ਵਿੱਚ ਉੱਥੇ ਵੀ ਦੇਰੀ ਹੋਈ? ਨਹੀਂ, ਕੋਈ ਦੇਰੀ ਨਹੀਂ। ਹਮੇਸ਼ਾ ਜੋ ਫੈਸਲੇ ਲਏ ਜਾਂਦੇ ਨੇ ਉਹ ਸੋਚ ਵਿਚਾਰ ਤੋਂ ਬਾਅਦ ਲਏ ਜਾਂਦੇ ਨੇ। ਪਹਿਲਾਂ ਗੱਲਬਾਤ ਹੁੰਦੀ ਹੈ, ਕੋਸ਼ਿਸ਼ ਕੀਤੀ ਜਾਂਦੀ ਮਸਲੇ ਨੂੰ ਹੱਲ ਕੀਤਾ ਜਾਵੇ, ਫਿਰ ਉਸ ਤੋਂ ਬਾਅਦ ਹੁੰਦਾ ਅਖੀਰ ਲੜਾਈ। ਸੋ ਕੋਈ ਕਿਸੇ ਚੀਜ਼ ਦੇਰੀ ਨਹੀਂ। ਲੇਕਿਨ ਇਹ ਹੈ ਕਿ ਜਦੋਂ ਇੱਕ ਪਾਸੇ ਮੈਂ ਪਹਿਲਾਂ ਕਿਹਾ ਕਿ ਰੀਜਨਲ ਪਾਰਟੀਆਂ ਸਾਰੀ ਦੁਨੀਆ ਲੱਗੀ ਪਈ ਹੈ ਕਿ ਇਹਨੂੰ ਕਮਜ਼ੋਰ ਕਿਵੇਂ ਕਰਨਾ, ਤਾਂ ਉਹ ਕਈ ਵਾਰੀ ਉਹ ਝੂਠ ਸਮੇਂ ਅਨੁਸਾਰ ਚੱਲ ਜਾਂਦਾ, ਅਖੀਰ ਫਿਰ ਸੱਚ ਰਹਿ ਜਾਂਦਾ। ਪੱਲੇ ਦੇਖ ਲਿਓ, ਥੋੜ੍ਹੇ ਚਿਰ ਬਾਅਦ ਸਾਰਾ ਸੱਚ ਸਾਹਮਣੇ ਆ ਜਾਣਾ, ਫਿਰ ਮਜ਼ਬੂਤ ਹੋਏਗਾ ਅਕਾਲੀ ਦਲ। ਬੀਜੇਪੀ ਨੇ ਵਿਸ਼ਵਾਸਘਾਤ ਕੀਤਾ, ਤੁਹਾਨੂੰ ਭਰੋਸਾ, ਤੁਸੀਂ ਲਗਾਤਾਰ ਕਹਿੰਦੇ ਰਹੋ ਕਿ ਸਾਨੂੰ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਇਹ ਕਾਨੂੰਨਾਂ ਤੇ ਕਮੇਟੀ ਬਣੇਗੀ, ਕਾਨੂੰਨਾਂ ਨੂੰ ਇੰਪਲੀਮੈਂਟ ਕੀਤਾ ਜਾਵੇਗਾ, ਖਰੜਾ ਆਵੇਗਾ, ਤਾਂ ਅਕਾਲੀ ਦਲ ਰੀਜਨਲ ਪਾਰਟੀ ਔਰ ਉਸ ਸੂਬੇ ਦੀ ਅਗਵਾਈ ਕਰਦੇ, ਖੇਤੀ ਪ੍ਰਧਾਨ ਦੇ ਸੂਬਾ ਮੰਨਿਆ ਜਾਂਦਾ। ਤੁਹਾਡੇ ਕੋਲੇ ਰਿਪੋਰਟਾਂ ਆਉਂਦੀਆਂ ਰਹੀਆਂ ਨੇ ਕਿ ਅਸੀਂ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ, ਨਰੇਸ਼ ਗੁਜਰਾਲ, ਮੈਂ, ਚੰਦੂ ਮਾਜਰਾ, ਅਸੀਂ ਕਿੰਨੇ ਵਾਰੀ ਉਹਨਾਂ ਨੇ 3-3 4-4 ਵਜ਼ੀਰਾਂ ਨੂੰ ਮਿਲਦੇ ਰਹੇ, ਜਿਹੜੇ ਸਾਨੂੰ ਕਹਿੰਦੇ ਰਿਹਾ ਕਿ ਅਸੀਂ ਵਿਚਾਰ ਵਟਾਂਦਰਾ ਕਰਕੇ ਜਦੋਂ ਇਹ ਐਕਟ ਬਣੇਗਾ, ਇਹ ਪਾਰਲੀਮੈਂਟ 'ਚ ਆਏਗਾ, ਅਸੀਂ ਉਸ ਵੇਲੇ ਵਿਚਾਰ ਕਰਕੇ ਤੁਹਾਡੇ ਸੁਝਾਅ ਮੰਨ ਲਾਂਗੇ। ਲੇਕਿਨ ਜਦੋਂ ਸਾਨੂੰ ਕਹਿੰਦੇ ਰਹੇ, ਲੇਕਿਨ ਜਦੋਂ ਟਾਈਮ ਆਇਆ ਸਾਡੇ ਸੁਝਾਅ ਨਹੀਂ ਮੰਨੇ ਗਏ। ਜਿਵੇਂ ਪਹਿਲਾਂ ਵਿਚਾਰ ਵਟਾਂਦਰਾ ਨਹੀਂ ਹੋਇਆ, ਉਸ ਦਿਨ ਵਿਚਾਰ ਵਟਾਂਦਰੇ ਦੇ ਬਗੈਰ ਹੀ ਪਾਸ ਹੋ ਗਿਆ, ਰਹੀ ਨਹੀਂ ਕੋਈ ਲਏਗੀ। ਤਾਂ ਕੁਦਰਤੀ ਹੈ ਕਿ ਉਹ ਜਿਹੜਾ ਗੱਲ ਨਹੀਂ ਸੁਣੀ ਗਈ। ਕਿਉਂਕਿ ਇਸ ਦਾ ਜ਼ਿਕਰ ਮਨਪ੍ਰੀਤ ਇਆਲੀ ਨੇ ਕੀਤਾ ਸੀ ਕਿ ਅਕਾਲੀ ਦਲ ਜਿਹੜਾ ਹੈਗਾ, ਬੀਜੇਪੀ ਦੇ ਸਾਹਮਣੇ ਜਿਹੜਾ ਹੈਗਾ ਉਹ ਆਵਾਜ਼ ਉਠਾਉਣੀ ਚਾਹੀਦੀ ਹੈ, ਸੱਤਾ ਆਵੇ ਨਾ ਆਵੇ, ਸੱਤਾ ਦਾ ਲੋਭੀ ਨਹੀਂ ਬਣਨਾ ਚਾਹੀਦਾ, ਮਸਲੇ ਹੱਲ ਕਰਾਉਣ ਦੇ ਹੁਣ ਅੱਗੇ ਆਉਣਾ ਚਾਹੀਦਾ, ਚਾਹੇ ਪੰਥਕ ਮਸਲੇ ਹੋਣ, ਚਾਹੇ ਖੇਤੀ ਨਾਲ ਸੰਬੰਧਿਤ ਮਸਲੇ ਹੋਣ। ਤਾਂ ਬਗਾਵਤ ਜਿਹੜੀ ਹੈਗੀ ਮਨਪ੍ਰੀਤ ਇਆਲੀ ਵੱਲੋਂ ਉਹ ਜਿਹੜੀ ਵੋਟ ਨਹੀਂ ਪਾਏਗੀ, ਉਹ ਕਿਵੇਂ ਦੇਖਦੇ ਹੋ? ਉਹਨੂੰ ਝੁੰਦਾ ਕਮੇਟੀ ਤੇ ਵੀ ਸਵਾਲ ਖੜੇ ਕੀਤੇ, ਝੁੰਦਾ ਕਮੇਟੀ ਨੂੰ ਹਾਲੇ ਤੱਕ ਇੰਪਲੀਮੈਂਟ ਨਹੀਂ ਕੀਤਾ ਗਿਆ, ਰਿਪੋਰਟ ਤੇ ਚਰਚਾ ਨਹੀਂ ਕੀਤੀ ਗਈ, ਤਾਂ ਲੱਗਦਾ ਕਿ ਜੇਕਰ ਹੋਰ ਦੇਰੀ ਹੁੰਦੀ ਵੱਡਾ ਨੁਕਸਾਨ ਅਕਾਲੀ ਦਲ ਨੂੰ ਝੱਲਣਾ ਪੈ ਸਕਦਾ ਸੀ। ਜਿਹੜੀ ਰਿਪੋਰਟ ਤੇ ਚਰਚਾ ਸੀ, ਤੁਹਾਨੂੰ ਮੈਂ ਜਵਾਬ ਦੇਤਾ ਵੀ ਇਹਦੇ ਕਾਰਨ ਹੈ। ਜਿੱਥੋਂ ਤੱਕ ਹੈਗਾ ਕਿ ਜਿਹੜਾ ਇਹ ਹੈਗਾ ਕਿ ਇਹ ਪਾਰਟੀ ਦਾ ਉਹ ਕੀਤਾ ਗਿਆ ਜੀ, ਫਲਾਣਾ ਵੋਟ ਕਿਉਂ ਨਹੀਂ ਪਾਈ, ਨਾ ਪਾਈ, ਉਹਦਾ ਤੁਸੀਂ ਆਪੇ ਹੱਲ ਦੇਖ ਲਓ ਕਿ ਜੇ ਬਾਈਕਾਟ ਚੰਗਾ ਹੁੰਦਾ ਤਾਂ ਫਿਰ ਸਿਮਰਜੀਤ ਸਿੰਘ ਮਾਨ ਨੇ ਦੋਨਾਂ 'ਚ ਇੱਕ ਨੂੰ ਤਾਂ ਪਾਈ ਹੈ। ਕਾਂਗਰਸ ਵੱਡੀ ਦੁਸ਼ਮਣ ਹੈ। ਇਹ ਅਸੀਂ ਨਾਲ ਇਹ ਲਫ਼ਜ਼ ਕਹੇ ਕਿ ਕੋਰ ਕਮੇਟੀ 'ਚ ਸਮੁੱਚੇ ਤੌਰ 'ਤੇ ਰਾਏ ਕੀਤੀ, ਰਾਏ ਵੀ 18 ਦਿਨ ਪਹਿਲਾਂ ਕੀਤੀ ਕਿ ਸਾਡੇ ਬੀਜੇਪੀ ਨਾਲ ਅਨੇਕਾਂ ਮਤਭੇਦ ਨੇ, ਲੇਕਿਨ ਕਿਉਂਕਿ ਘੱਟ ਗਿਣਤੀ 'ਚ ਹੈ, ਆਦੀਵਾਸੀ ਹੈ, ਔਰਤ ਹੈ, ਗਰੀਬ ਜਾਤੀ ਨਾਲ ਤਾਲੁਕ ਰੱਖਦੇ, ਇਸ ਕਰਕੇ ਇਸ ਨੂੰ ਵੋਟ ਪਾਉਂਦੇ ਹਾਂ, ਨਾ ਕਿ ਅਸੀਂ ਬੀਜੇਪੀ ਕਰਕੇ ਪਾਉਂਦੇ ਹਾਂ, ਉਹਦੇ ਨਾਲ ਸਾਡੇ ਮਤਭੇਦ ਹੈ। ਅਸੀਂ ਇਹ ਸਾਰੀਆਂ ਗੱਲਾਂ ਕਹਿ ਕੇ ਭਾਈ 18 ਦਿਨ ਚੁੱਪ ਰਹੇ। ਉਸ ਵੇਲੇ ਕੀ ਉਹਦਾ ਇੰਡੀਵਿਜੂਅਲ ਖਿਆਲ ਆਇਆ, ਕਿ ਉਹਦੇ ਵਿਚਾਰ ਆਏ, ਇਹ ਉਹਨਾਂ ਦੀ ਜਾਤੀ ਗੱਲ ਹੈਗੀ। ਰਹੀ ਗੱਲ ਜੇ ਬਾਈਕਾਟ ਚੰਗਾ ਹੁੰਦਾ ਤੇ ਬਾਨ ਤੇ ਸਵਾਲ ਕਰਕੇ ਦੇਖ ਲਓ ਵੀ ਤੈਂ ਕਿਹਨੂੰ ਪਾਈ ਹੈ ਵੋਟ। ਕਾਂਗਰਸ ਤਾਂ ਉਦੋਂ ਵੀ ਅੱਗੇ ਇੱਕ ਦਰਜਾ ਅੱਗੇ ਹੈ, ਤੇ ਫਿਰ ਉਹ ਬਾਈਕਾਟ ਉਹਨਾਂ ਨੇ ਸਵਾਲ ਤਾਂ ਲੀਡਰਸ਼ਿਪ ਤੇ, ਸਵਾਲ ਤਾਂ ਭੁੰਦਰ ਸਾਹਿਬ, ਸਵਾਲ ਤਾਂ ਲੀਡਰਸ਼ਿਪ ਤੇ ਵੀ ਹੋਏ ਆ। ਫਿਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਦਲਣ ਦੀ ਤਿਆਰੀ ਦੇ ਵਿੱਚ ਹੈ ਕਮੇਟੀ, ਕੋਈ ਸਿਫਾਰਿਸ਼ ਹੈ, ਇਹ ਸਿਫਾਰਿਸ਼ ਹੈ, ਕਿਉਂਕਿ ਅਕਸਰ ਚਰਚਾਵਾਂ ਨੇ ਸੋਸ਼ਲ ਮੀਡੀਆ ਤੇ, ਅਕਸਰ ਗਾਹੇ ਗਾਹੇ ਚਰਚਾ ਨੇ ਕਿ ਪਾਰਟੀ ਪ੍ਰਧਾਨ। ਭੁੰਦਰ ਸਾਹਿਬ ਮੇਰਾ ਸਵਾਲ ਲੈ ਲਓ, ਚਰਚਾਵਾਂ ਨੇ ਪੰਥਕ ਹਲਕਿਆਂ ਦੇ ਵਿੱਚ, ਸਿਆਸੀ ਹਲਕਿਆਂ ਦੇ ਵਿੱਚ, ਪੰਜਾਬ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਕਿ ਜੋ ਝੁੰਦਾ ਕਮੇਟੀ ਨੇ ਰਿਪੋਰਟ ਦਿੱਤੀ ਆ, ਪਹਿਲਾ ਬਿੰਦੂ ਹੈ ਕਿ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਵੇ, ਪਾਰਟੀ ਪ੍ਰਧਾਨ ਨੂੰ ਹਟਾਇਆ ਜਾਵੇ, ਇਸ ਤੋਂ ਬਿਨਾਂ ਪਾਰਟੀ ਸੁਰਜੀਤ ਨਹੀਂ ਹੋਵੇਗੀ, 2024 ਨਹੀਂ ਲੜੀ ਜਾ ਸਕਦੀ।
ਕਿਤੇ ਵੀ ਰਿਪੋਰਟ 'ਚ ਇਹ ਗੱਲ ਹੈ ਨਹੀਂ। ਯੂਨੈਨਿਮਸਲੀ ਰਿਪੋਰਟ ਹੈ, ਉਹ 'ਚ ਜੋ ਜਿਨ੍ਹਾਂ ਤੁਸੀਂ ਨਾਂ ਲੈਨੇ ਹੋ ਉਹਨਾਂ ਦੇ ਵੀ ਦਸਖਤ ਨੇ। ਕਿਤੇ ਪਾਰਟੀ ਪ੍ਰਧਾਨ ਨੂੰ ਲਿਖਣ ਤਾਂ ਨਹੀਂ ਆਖਿਆ ਗਿਆ ਬਦਲਿਆ ਜਾਵੇ, ਕਿਤੇ ਕੋਈ ਉਹਦਾ ਅਸਤੀਫਾ ਨਹੀਂ ਮੰਗਿਆ ਗਿਆ। ਇਹ ਦੇਖੋ, ਇਹੀ ਤਾਂ ਅਸੀਂ ਕਹਿੰਦੇ ਕਿ ਕੂੜ ਪ੍ਰਚਾਰ ਪਾਰਟੀ ਦੇ ਉਲਟ ਬਹੁਤ ਦੁਨੀਆ ਕਰਨ ਲੱਗੀ ਹੈ। ਉਹ ਕਦੇ ਕਿਸੇ ਦੇ ਮੂੰਹ 'ਚ ਪਾ ਦਿੰਦੀ ਹੈ, ਕਦੇ ਕਿਸੇ ਦੇ ਪਾ ਦਿੰਦੀ ਹੈ। ਇਸ ਕਰਕੇ ਤੁਸੀਂ ਦੇਖੀ ਜਾਂਦੇ ਹੋ ਕਿ ਕੋਰ ਜਿਹੜੀ ਉਹ ਕਮੇਟੀ ਸੀ ਉਹਦੀ ਰਿਪੋਰਟ ਯੂਨੈਨਿਮਸ ਹੈ, ਅੱਜ ਕੋਰ ਕਮੇਟੀ ਯੂਨੈਨਿਮਸ ਹੈ। ਸਾਡੀ ਜਿਹੜੀ ਇੱਥੇ ਤੁਹਾਡੀ ਪ੍ਰੈਸ ਕਾਨਫਰੰਸ ਹੋਈ ਤੁਸੀਂ ਦੇਖ ਲਈ ਯੂਨੈਨਿਮਸ ਕਿ ਕਿੰਨੇ ਬੰਦੇ ਅਸੀਂ ਬੈਠੇ ਸੀ, ਪ੍ਰਧਾਨ ਤਾਂ ਹਾਜ਼ਰ ਨਹੀਂ ਸੀ, ਕਿੰਨੇ ਬੰਦੇ 10 ਬੰਦੇ ਬੈਠੇ ਸੀ ਅਸੀਂ। ਇਸ ਕਰਕੇ ਇਹ ਸਾਡਾ ਮਤਲਬ ਇਹੀ ਦਿਖਾਉਣ ਦਾ ਕਿ ਜਿਹੜਾ ਝੂਠਾ ਪ੍ਰਚਾਰ ਹੋ ਰਿਹਾ ਇਹ ਬੰਦ ਹੋਵੇ। ਅਸੀਂ ਕੌਮ ਨੂੰ ਵੀ ਸੁਚੇਤ ਕਰਦੇ ਹਾਂ, ਪੰਥ ਦਰਦੀਆਂ ਨੂੰ ਸੁਚੇਤ ਕਰਦੇ ਹਾਂ ਕਿ ਕੂੜ ਦੇ ਪ੍ਰਚਾਰ ਨਾਲ ਇਹ ਕੌਮ ਦੀ ਜਿਹੜੀ ਪਾਰਟੀ ਹੈ ਸ਼ਕਤੀਸ਼ਾਲੀ, ਉਹਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ, ਇਹਨਾਂ ਤੋਂ ਬਚੋ। ਫੈਸਲਾ ਕੌਣ ਲਵੇਗਾ ਜੀ? ਹੁਣ ਕਮੇਟੀ ਦੀ ਰਿਪੋਰਟ ਤੁਸੀਂ ਵੀ ਵੇਖ ਲਈ, ਸਬਮਿਟ ਵੀ ਕਰਤੀ, ਆਖਰੀ ਫੈਸਲਾ ਤਾਂ ਕੋਈ ਲਵੇਗਾ ਨਾ। ਫੈਸਲਾ ਪ੍ਰਧਾਨ ਜੀ ਨੂੰ ਇਖਤਿਆਰ ਤੁਹਾਡੇ ਸਾਹਮਣੇ ਦੇਤੇ ਨੇ ਕਿ ਜਲਦੀ ਹੋਰ ਵਿਚਾਰ ਵਟਾਂਦਰਾ ਕਰਕੇ ਜਲਦੀ ਤੋਂ ਜਲਦੀ ਇਹਨੂੰ ਇੰਪਲੀਮੈਂਟ ਕਰੋ। ਲੱਗਦਾ ਕਿ ਇਨ ਬਿਨ ਇੰਪਲੀਮੈਂਟ ਹੋਵੇਗੀ? ਜੇਕਰ ਇੰਪਲੀਮੈਂਟ ਹੁੰਦੀ ਹੈ, ਨਵੀਂ ਰੂਹ ਅਕਾਲੀ ਦਲ ਦੇ ਵਿੱਚ ਫੂਕੀ ਜਾਵੇਗੀ, ਨਵੀਂ ਰੂਹ ਵੀ ਆਏਗੀ, ਇਨ ਬਿਨ ਵੀ ਲਾਗੂ ਹੋਏਗੀ। ਇਨ ਬਿਨ ਵੀ ਲਾਗੂ ਹੋਏਗੀ, ਜੋ ਰਿਪੋਰਟ ਆਈ ਉਵੇਂ ਲਾਗੂ ਕਰਾਂਗੇ, ਔਰ ਨਵੀਂ ਰੂਹ ਵੀ ਦੇਖਣ ਨੂੰ ਮਿਲੇਗੀ। ਨਵਾਂ ਅਕਾਲੀ ਦਲ 2024 ਦੀ ਮੁੜ ਮਜ਼ਬੂਤੀ ਨਾਲ ਲੜਾਈ। ਬਿਲਕੁਲ ਬਿਲਕੁਲ, ਗੁਰੂ ਕਿਰਪਾ ਕਰਿਆ 2024 ਸਰਕਾਰ ਬਣਾਵਾਂਗੇ ਪੰਜਾਬ ਦੀ ਜਨਤਾ ਦੀ, ਸੰਗਤ ਦੀ, ਪੰਥ ਦਰਦੀਆਂ ਦੀ। ਤਾਂ ਇਹ ਸਨ ਸਾਡੇ ਨਾਲ ਬਲਵਿੰਦਰ ਸਿੰਘ ਭੁੰਦੜ, ਜਿਨ੍ਹਾਂ ਨੇ ਕਹਿ ਕੇ ਰਿਪੋਰਟ ਪੜ੍ਹੀ ਗਈ ਆ, ਕੋਰ ਕਮੇਟੀ ਦੇ ਵਿੱਚ ਇਕੱਲੇ ਬਿੰਦੂ ਤੇ ਚਰਚਾ ਹੋਈ ਆ, ਔਰ ਚਰਚਾ ਤੋਂ ਬਾਅਦ ਇੰਪਲੀਮੈਂਟ ਰਿਪੋਰਟ ਹੋਵੇਗੀ। ਸਾਰੇ ਜਿਹੜੇ ਅਖਤਿਆਰ ਹੈਗੇ ਪਾਰਟੀ ਪ੍ਰਧਾਨ ਨੂੰ ਦਿੱਤੇ ਗਏ ਨੇ। ਦੂਸਰੇ ਪਾਸੇ ਇੱਕ ਪੰਜਾਬ ਦੇ ਲੋਕਾਂ ਨਾਲ ਜਿਹੜਾ ਹੈਗਾ ਇੱਕ ਇਹ ਸ਼ਿਕਵਾ ਵੀ ਹੈ ਕਿ ਕੂੜ ਪ੍ਰਚਾਰ ਦੇ ਵਿੱਚ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ, ਅਕਾਲੀ ਦਲ ਦੇ ਬਾਰੇ ਅਫਵਾਹਾਂ ਫੈਲਾਈਆਂ ਗਈਆਂ, ਔਰ ਜੋ ਪੰਥਕ ਦਰਦੀ ਬਣਦੇ ਨੇ ਅੱਜ ਪੰਜਾਬ ਦੇ ਵਿੱਚ ਹੋਈਆਂ ਬਹੁਤ ਸਾਰੀਆਂ ਬੇਅਦਬੀਆਂ ਤੇ ਚੁੱਪ ਨੇ ਅਕਾਲੀ ਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ, ਤਾਂ ਜੋ 100 ਸਾਲ ਪੁਰਾਣੀ ਇਤਿਹਾਸਕ ਪਾਰਟੀ, ਸਭ ਤੋਂ ਪੁਰਾਣੀ ਰੀਜਨਲ ਪਾਰਟੀ ਨੂੰ ਬਦਨਾਮ ਕੀਤਾ ਜਾ ਸਕੇ। ਇੱਕ ਇਸ ਦੇ ਵਿੱਚ ਕੇਂਦਰ ਦੇ ਹੱਥ ਵੀ ਰਹੇ, ਕੇਂਦਰੀ ਪਾਰਟੀਆਂ ਦੇ ਹੱਥ ਵੀ ਰਹੇ, ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜਿਹੜੀ ਹੈਗੀ ਪੂਰੀ ਜਿਹੜੀ ਹੈਗੀ ਹੈ ਇੱਕ ਸਾਜ਼ਿਸ਼ ਸੀ ਉਹਦਾ ਵਿੱਚ ਆ ਗਏ। ਇਸੇ ਕਰਕੇ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ, ਜਿਹਦਾ ਪੰਜਾਬ ਨੂੰ ਜਿਹੜਾ ਇੱਕ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਖਮਿਆਜਾ ਭੁਗਤਣਾ ਪਿਆ। ਕੈਮਰਾਮੈਨ ਤੁਲਸੀ ਮੇਰਾ ਦੇ ਨਾਲ ਰਮਨਦੀਪ, PTC ਨਿਊਜ਼ ਚੰਡੀਗੜ੍ਹ।